ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਰੂ ਕਰਨ ਲੱਗੇ ਹਾਂ ਜੀ। ਅੱਜ ਅਸੀਂ 323 ਅੰਗ ਦੇ ਉੱਤੇ ਗੌੜੀ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੀ ਜਿਹੜੀ ਵਾਰ ਹੈਗੀ ਆ ਉਹਦੀ 20ਵੀਂ ਪੌੜੀ ਕਰ ਰਹੇ ਹਾਂ ਜੀ। 21 ਪੌੜੀਆਂ ਹੈਗੀਆਂ, 2 ਪੌੜੀਆਂ ਰਹਿ ਗਈਆਂ। ਮਹਾਰਾਜ ਮਿਹਰ ਕਰਨ, ਗਿਆਨ ਦੇਣ ਆਪਾਂ ਨੂੰ, ਔਰ ਗਿਆਨ ਜਿਹੜਾ ਹੈਗਾ ਇਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਆਪਣੇ ਆਪ ਨੂੰ ਇਸ ਗਿਆਨ ਦੇ ਅਨੁਸਾਰ ਚਲਾਈਏ, ਆਪਣੇ ਅੰਦਰ ਚੇਂਜਸ ਲਿਆਈਏ, ਆਪਣੇ ਜੀਵਨ ਦੇ ਵਿੱਚ ਜਿਹੜੀ ਹੈਗੀ ਆ ਸੱਚ ਨੂੰ ਲੈ ਕੇ ਆਈਏ। ਬਸ ਇਹੀ ਪ੍ਰਯੋਜਨ ਹੈਗਾ। ਅੰਗ 323 323 ਸ਼ਲੋਕ ਮਹੱਲਾ ਪੰਜਵਾਂ। ਤੰਦੜੇ ਕੁਲਾ ਚਿੱਤ ਨਾ ਆਵੈ ਹੇਕੜੋ। ਇਹ ਸਿੰਧੀ ਬੋਲੀ ਆ, ਬੜੀ ਪਿਆਰੀ ਬੋਲੀ ਆ। ਇਹ ਪੋਠਵਾਰੀ ਬੋਲੀ ਕਹਿੰਦੇ ਇਹਨੂੰ। ਤੰਦੜੇ ਕੁਲਾ ਚਿੱਤ ਨਾ ਆਵੈ ਹੇਕੜੋ। ਕਹਿੰਦੇ ਦੁਨੀਆ ਦੇ ਧੰਦੇ, ਕਿਸੇ ਨੇ ਵੀ ਪੁੱਛੋ ਭਗਤੀ ਦੀ ਗੱਲ ਕਰੋ ਕਿਸੇ ਦੇ ਕੋਲ, ਤੇ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਆ ਭਾਈ, ਇਹ ਤਾਂ ਜਿਹੜਾ ਹੈਗਾ ਵੇਲੜਾਂ ਦਾ ਟਾਈਮ ਹੈਗਾ। ਤੇ ਮਹਾਰਾਜ ਕਹਿ ਰਹੇ, ਕਹਿੰਦੇ ਤੰਦੜੇ ਕੁਲਾ, ਲਾ ਕਹਿੰਦੇ ਆ, ਲਾ ਦਾ ਮਤਲਬ ਆ ਲਾਭ, ਕੁਲਾਹ ਦਾ ਮਤਲਬ ਆ ਨੁਕਸਾਨ। ਤੰਦੜੇ ਕੁਲਾ ਕਹਿੰਦੇ ਜੇ ਧੰਦਿਆਂ ਦੇ ਵਿੱਚ ਹੀ ਲੱਗਿਆ ਰਿਹਾ ਪਿਆਰਿਆ, 24 ਘੰਟੇ ਧੰਦਿਆਂ 'ਚ ਹੀ ਲੱਗਿਆ ਰਿਹਾ, ਤੇ ਤੂੰ ਤਾਂ ਨੁਕਸਾਨ ਉਠਾ ਰਿਹਾ ਹੈ। ਇਹ ਧੰਦੜੇ ਜਿਹੜੇ ਹੈਗੇ ਇਹਨਾਂ ਦੇ ਵਿੱਚ ਤਾਂ ਨੁਕਸਾਨ ਹੀ ਨੁਕਸਾਨ ਆ। ਤੇਰੇ ਪੱਲੇ ਕੁਛ ਵੀ ਨਹੀਂ ਰਹਿਣਾ, ਇੱਥੇ ਦੀ ਇੱਥੇ ਖਾਲੀ ਮਾਇਆ ਨੇ ਜਿਹੜਾ ਹੈਗਾ ਆਪਾਂ ਨੂੰ ਇਹ ਪਦਾਰਥਾਂ ਦਾ ਭੋਗ ਕਰਾਇਆ, ਔਰ ਰੱਜਿਆ ਕੁਛ ਵੀ ਨਹੀਂ, ਰੱਜ ਹੋਇਆ ਹੀ ਨਹੀਂ। ਔਰ ਵਾਪਸ ਜਿਹੜਾ ਹੈਗਾ ਮਨੁੱਖਾ ਸਰੀਰ ਜਿਹਨੂੰ ਖੜਾਇਆ ਪੜਾਇਆ ਭਲਵਾਨ ਬਣਾਇਆ, ਉਹ ਗਾਇਬ ਹੋ ਗਿਆ। ਤੇ ਪੱਲੇ ਕੀ ਰਿਹਾ ਆਪਣੇ? ਆਪਾਂ ਕੀ ਲੈ ਕੇ ਗਏ ਇੱਥੋਂ ਕਿਹੜੀ ਚੀਜ਼ ਮਿਲੀ ਆਪਾਂ ਨੂੰ? ਆਪਣੇ ਜੀਵਨ ਦਾ ਪ੍ਰਯੋਜਨ ਕੀ ਹੋਇਆ? 60 70 80 90 ਜਿੰਨੇ ਵੀ ਸਾਲ ਆਪਾਂ ਨੇ ਦੁਨੀਆ ਦੇ ਵਿੱਚ ਰਹੇ ਆ, 24 ਘੰਟੇ ਰੋਜ਼ ਦੇ ਰਿਹਾ ਮਾਲਕ ਪਰਮਾਤਮਾ, ਰਿਪੀਟ ਕਰ ਰਿਹਾ ਹੈ। ਤੇ ਉਹਦੇ 'ਚ ਆਪਣੀ ਪ੍ਰਾਪਤੀ ਕੀ ਹੈਗੀ? ਪੱਲੇ ਕੀ ਹੈਗਾ ਆਪਣਾ? ਬਸ। ਔਰ ਜਿਹੜੇ ਕੰਮ ਆਏ ਆ ਆਪਾਂ, ਜੋ ਦੇ ਰਿਹਾ ਹੈ, ਖਿਲਾ ਰਿਹਾ ਪਿਲਾ ਰਿਹਾ ਮਾਲਕ ਪਰਮਾਤਮਾ ਦਾ, ਖਾ ਪੀ ਕੇ ਆਪਾਂ ਨੇ ਕੁਛ ਵੀ ਨਹੀਂ ਕੀਤਾ। ਉਹ ਤਾਂ ਕਹਿੰਦਾ ਸੀ ਤੈਨੂੰ ਤੂੰ ਸਰੀਰ ਨਹੀਂ ਹੈਗਾ, ਤੇਰੇ ਅੰਦਰ ਜਿਹੜਾ ਹੈਗਾ ਤੂੰ ਹੈਗਾ ਆ, ਉਹ ਮੈਂ ਹੀ ਹੈਗਾ ਆ। ਤੂੰ ਜਿਹੜਾ ਹੈਗਾ ਆਹੀ ਚੀਜ਼ ਨੂੰ ਬੁੱਝਣ ਵਾਸਤੇ ਤੈਨੂੰ ਭੇਜਿਆ ਸੀਗਾ। ਔਰ ਇਹ ਤਾਂ ਬੁੱਝੀ ਜਾਣੀ ਸੀ ਜੇ ਤੂੰ ਇਹ ਸਵਾਦਾਂ ਨੂੰ ਜਿਹੜਾ ਹੈਗਾ, ਇਹ ਤੰਦੜਿਆਂ ਨੂੰ ਜਿਹੜਾ ਹੈਗਾ, ਇਹਨੂੰ ਪ੍ਰਾਇਰਟੀ ਨਾ ਦਿੰਦਾ, ਇਹਨੂੰ ਉੱਥੇ ਦੇ ਉੱਥੇ ਰੱਖਦਾ ਜਿੰਨੀ ਕਿ ਇਹਦੀ ਲੋੜ ਹੈਗੀ। ਤੰਦੜੇ ਕੁਲਾ ਚਿੱਤ ਨਾ ਆਵੇ ਹੇਕੜੋ। ਕਹਿੰਦੇ ਉਹ ਇੱਕੋ ਹੀ ਕੰਮ ਸੀਗਾ, ਇੱਕੋ ਹੀ ਧੰਦਾ ਸੀਗਾ, ਉਹ ਤੇਰੇ ਚਿੱਤ 'ਚ ਵੀ ਨਹੀਂ ਆਇਆ। ਤੂੰ ਜਿਹੜਾ ਹੈਗਾ ਪੂਰੀ ਉਮਰ ਦੇ ਵਿੱਚ ਉਹ ਧੰਦੇ ਨੂੰ ਚੇਤੇ ਹੀ ਨਹੀਂ ਕੀਤਾ। ਤੇਰੇ ਕੋਲ ਸਮਾਂ ਹੀ ਨਹੀਂ ਆਇਆ ਹੈਗਾ ਮਿਲਿਆ ਤੈਨੂੰ ਚੇਤੇ ਕਰਨ ਦਾ। ਤੰਦੜੇ ਕੁਲਾ ਚਿੱਤ ਨਾ ਆਵੇ ਹੇਕੜੋ। ਹੇਕੜੋ ਮਤਲਬ ਇੱਕ। ਨਾਨਕ ਸਈ ਤਨ ਫੁੱਟਨ ਜਿੰਨੀ ਸਾਈਂ ਵਿਸਰੈ। ਬਸ ਕਹਿੰਦੇ ਉਹ ਤਾਂ ਫੁੱਟ ਗਏ, ਉਹ ਸਰੀਰ ਦਾ ਕੀ ਫਾਇਦਾ ਹੋ ਗਿਆ? ਬਸ ਭਾਂਡਾ ਸੀਗਾ, ਫੁੱਟ ਗਿਆ, ਖਤਮ ਹੋ ਗਿਆ, ਬਾਰੀ ਗਈ। ਕਿਹੜੇ? ਕਹਿੰਦੇ ਜਿੰਨਾ ਸਾਈਂ ਵਿਸਰੈ, ਜਿਨ੍ਹਾਂ ਨੂੰ ਉਹ ਧੰਦਾ ਚੇਤੇ ਨਹੀਂ ਆਇਆ, ਉਹ ਮਾਲਕ ਨੂੰ ਚੇਤੇ ਨਹੀਂ ਕੀਤਾ, ਆਪਣੀ ਆਤਮਾ ਨੂੰ, ਆਪਣੇ ਆਪ ਨੂੰ ਜਿਹੜਾ ਹੈਗਾ ਜਾਣਿਆ ਹੀ ਨਹੀਂ ਵੀ ਮੈਂ ਹੈ ਕੌਣ, ਮੇਰਾ ਓਰੀਜਨ ਕੀ ਹੈਗਾ। ਮੈਂ ਇੰਨਾ ਹੰਕਾਰ ਹੈ ਮੇਰੇ ਅੰਦਰ, ਇੰਨਾ ਮੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਸਾਰਾ ਭਰਿਆ ਪਿਆ ਹੈ ਮੇਰੇ ਅੰਦਰ। ਮੈਂ ਹੈ ਕੌਣ? ਕਾਹਦਾ ਹੰਕਾਰ ਆ? ਮੈਂ ਦੂਸਰੇ ਤੇ ਕਿਵੇਂ ਜਿਹੜਾ ਹੈਗਾ ਦੂਸਰੇ ਨੂੰ ਜਿਹੜਾ ਹੈਗਾ ਢਾਹ ਕੇ ਮਾਰ ਰਹੇ ਹੈ ਭਾਈ। ਬਸ ਆਹੀ ਜਿਹੜੀ ਹੈਗੀ ਆ, ਆਹੀ ਚਾਰਜਸ ਹੈਗੇ ਭਾਈ। ਆਹ ਸਵਾਲ ਹੈਗਾ। ਅਵਰ ਕਰਤੂਤ ਸਗਲੀ ਜਮ ਡਾਨੇ। ਅਵਰ ਕਰਤੂਤ ਕੀ ਹੁੰਦੀ ਹੈ? ਕਰਤੂਤ ਕੀ ਹੁੰਦੀ ਹੈ? ਧੰਦਾ। ਅਵਰ ਕਰਤੂਤ ਸਗਲੀ ਜਮ ਡਾਨੇ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਔਰ ਗੋਬਿੰਦ ਕੌਣ ਆ? ਆਪਾਂ, ਆਪਣੇ ਅੰਦਰ, ਆਪਣੀ ਆਤਮਾ। ਉਹਦੇ ਭਜਨ ਕੀ ਆ? ਉਹਨੂੰ ਯਾਦ ਕਰਨਾ। ਬਸ ਕਹਿੰਦੇ ਤਿਲ ਜਿੰਨਾ ਵੀ ਨਹੀਂ ਮੰਨਦਾ ਉਹ ਧਰਮਰਾਜ ਕਹਿੰਦਾ ਨਾ ਬਈ ਨਾ, ਆਹ ਕੰਮ ਕੀਤਾ, ਭਜਨ ਕੀਤਾ ਤੇ ਗੱਲ ਕਰ। ਉਹ ਕਹਿੰਦੇ ਭਜਨ ਤਾਂ ਮੈਂ ਤਾਂ ਭਜਨ ਦੇ ਤਾਂ ਵੱਟ ਕੱਢਤੇ ਆ। ਕਹਿੰਦਾ ਮੈਂ ਤਾਂ ਜਿਹੜਾ ਹੈਗਾ
ਨਿਤਨੇਮ ਸਵੇਰੇ ਦੇਖ ਲਓ, ਨਿਤਨੇਮ ਕਰਦਾ ਸਾਰਾ ਰਹਿ ਦਾ ਸ਼ਾਮ ਨੂੰ ਜਿਹੜਾ ਹੈਗਾ, ਫਿਰ ਸੌਣ ਵੇਲੇ ਕੀਰਤਨ ਸੋਲਾ, ਫਿਰ ਇੱਥੇ ਇਸ਼ਨਾਨ, ਉੱਥੇ ਇਸ਼ਨਾਨ, ਇੰਨਾ ਮੈਂ ਸਹਿਜ ਪਾਠ ਤੇ ਇੰਨੇ ਸਾਰਾ ਕੁਛ ਮੈਂ ਕਰਦਾ ਰਿਹਾ। ਕਹਿੰਦੇ ਭਜਨ ਦੀ ਗੱਲ ਕਰ ਰਹੇ ਹਾਂ ਪਿਆਰਿਆ, ਇਹਦੇ ਵਿੱਚ ਤਾਂ ਭਜਨ ਦੱਸਿਆ ਹੈ ਵੀ ਭਜਨ ਕਰਨਾ ਕੀ ਆ। ਕਹਿੰਦੇ ਕੀ ਆ ਭਜਨ ਜੀ? ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਤੂੰ ਰਹਿ ਰੋਜ਼ ਕਰਦਾ ਆ ਸ਼ਬਦ ਸੁਣਿਆ ਸੀਗਾ ਕਦੀ ਤੂੰ? ਕਦੀ ਸੁਣਿਆ ਇਹ ਸ਼ਬਦ? ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾ ਹੋ, ਕਦੀ ਸੁਣਿਆ ਇਹ ਤਾਂ ਰੋਜ਼ ਹੀ ਸੁਣਿਆ ਜੀ। ਫਿਰ ਤੂੰ ਆਖਿਆ ਹੈ ਆ ਨਾਮ ਵਾਲਾ ਭਜਨ ਕੀਤਾ ਹੈ। ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਆ ਧਨ ਹੈ ਤੇਰੇ ਕੋਲ, ਆ ਸਾਰ ਧਨ ਹੈਗਾ। ਕਹਿੰਦੇ ਮੈਂ ਤਾਂ ਸੁਖਮਨੀ ਸਾਹਿਬ ਜਿਹੜਾ ਹੈਗਾ ਕਦੀ ਛੱਡਿਆ ਹੀ ਨਹੀਂ। ਪਿਆਰਿਆ ਤੇਰੇ ਸੁਖਮਨੀ ਸਾਹਿਬ 'ਚ ਲਿਖਿਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਿਆ ਤੂੰ ਕਦੀ? ਆ ਤਾਂ ਨਹੀਂ ਕੀਤਾ ਜੀ। ਬਸ ਸਾਧ ਸੰਗਤ ਜੀ ਆ ਦੇਖ ਲਓ, ਆਪਾਂ ਨੂੰ ਇਸ ਸਵਾਲ ਦਾ ਜਵਾਬ ਚਾਹੀਦਾ ਹੈ ਵੀ ਭਜਨ ਕੀਤਾ ਹੈ ਕਿ ਨਹੀਂ ਕੀਤਾ। ਔਰ ਭਜਨ ਜਿਹੜਾ ਹੈਗਾ ਨਾ, ਇਹ ਭਜਨ ਬ੍ਰੌਡਬੈਂਡ ਨਹੀਂ ਹੈਗਾ, ਭਜਨ ਬਿਲਕੁਲ ਨੈਰੋ ਹੈਗਾ, ਡਿਫਾਈਨਡ ਹੈਗਾ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਐਸੇ ਧੰਦਿਆਂ ਚ ਉਲਝ ਗਿਆ। ਉਹ ਆਏ ਕਿੱਥੋਂ ਧੰਦੇ ਜਿਹੜੇ ਤ੍ਰਿਸ਼ਨਾ ਤੋਂ, ਫਿਰ ਲੋਭ ਦੇ ਨਾਲ ਉਹ ਪੂਰਨ ਕਰਨ ਵਾਸਤੇ ਲਾਤੀਆਂ ਪੰਜੇ ਆਪਣਾ ਕਰਮ ਇੰਦਰੀਆਂ, ਗਿਆਨ ਇੰਦਰੀਆਂ ਨਾ ਜੀ। ਉਹ ਕਹਿੰਦੇ ਉਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਰੰਭ ਲੱਭ ਰੰਗਾਏ, ਮੇਰੇ ਕੰਨ ਤੇ ਨਾ ਪਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਹਨਾ ਜੀ। ਉਹ ਫਿਰ ਅਖੀਰ ਚ ਕਹਿੰਦੇ ਕਿ ਧੂੜ ਤੇ ਨਾ ਕੀ ਜੇ ਮਿਲੇ ਜੀ ਕੋ, ਨਾਨਕ ਕੀ ਅਰਦਾਸ। ਲਾਸਟ ਦੇ ਵਿੱਚ ਇਹ ਕਹਿੰਦੇ ਹਨ ਜੀ, ਬਿਲਕੁਲ ਇਹ ਕੰਮ ਤਾਂ ਕੀਤਾ ਹੀ ਨਹੀਂ, ਬਾਹਰ ਮੁਖੀ ਹੋ ਕੇ ਭਜਦਾ ਰਿਹਾ, ਭਜਦਾ ਰਿਹਾ, ਆਹ ਵੀ ਲੈ ਲਾ, ਆਹ ਵੀ ਧੰਦਾ ਕਰ ਲਾ। ਉਹ ਅਸਲੀ ਧੰਦਾ ਸੋਚਿਆ ਹੀ ਨਹੀਂ ਕਦੇ। ਬਿਲਕੁਲ ਉਹਦੇ ਵੱਲ ਕਿਤੇ ਉਹ ਉਹਨੂੰ ਵਿਸਾਰ ਹੀ ਦਿੱਤਾ, ਭੁੱਲ ਗਿਆ ਉਹਨੂੰ ਐਸਾ ਜਿਹੜਾ ਨਾਲ ਹੀ ਸੀ, ਬਿਲਕੁਲ ਹਾਥ ਪੈ ਨੇਰੇ। ਕਬੀਰ ਸਾਹਿਬ ਕਹਿੰਦੇ ਬਿਲਕੁਲ ਹੱਦ ਹੋ ਗਈ, ਉਹਨੂੰ ਚਿੱਤ ਹੀ ਨਹੀਂ ਕੀਤਾ। ਕਹਿੰਦੇ ਇੱਕ ਵੀ ਨਹੀਂ ਚਿੱਤ ਕੀਤਾ। ਤੇ ਫਿਰ ਤੂੰ ਤੇਰੇ ਕੋਈ ਇਹ ਸਾਰੇ ਜਿਹੜੇ ਤੂੰ ਧੰਦੇ ਕੀਤੇ ਸਾਰੇ ਤਾਂ ਇਹਨਾਂ ਤੇ ਘਾਟੇ ਨੇ, ਘਾਟੇ ਪੈ ਗਏ। ਜਦ ਰਹਿ ਗਿਆ ਇੱਥੇ ਤੇ ਨਾਲ ਹੀ ਨਾ ਕੁਛ ਗਿਆ ਤੇ ਘਾਟਾ ਹੀ ਪਾਤਾ ਫਿਰ। ਬਿਲਕੁਲ ਸਹੀ ਗੱਲ ਹੈ। ਆਤਮਾ ਦੇ ਉੱਤੇ ਜਿਹੜੀ ਉਹ ਕਾਲਖ ਸੀ ਜਨਮਾਂ ਜਨਮਾਂਤਰਾਂ ਦੀ ਚੜੀ, ਉਹਨੂੰ ਉਹ ਤੇ ਡਿਲੀਟ ਮਾਰਨ ਦਾ ਤਾਂ ਤੂੰ ਕੋਈ ਪ੍ਰਬੰਧ ਹੀ ਨਾ ਕੀਤਾ ਨਾ, ਹੋਰ ਵਧਾ ਕੇ ਚਲਾ ਗਿਆ ਆਪਣਾ ਕਾਰਨ ਸਰੀਰ ਚ। ਤੇ ਫਿਰ ਤਾਂ ਫੁੱਟਣਾ ਹੀ ਆ। ਫਿਰ ਉਹ ਜਿਹਨਾਂ ਨੇ ਸਾਈਂ ਨੂੰ ਵਿਸਾਰਤਾ, ਮਤਲਬ ਭੁੱਲਿਆ ਸੀ, ਉਹ ਬਿਲਕੁਲ ਹੀ ਵਿਸਾਰਤਾ। ਕਹਿੰਦੇ ਉਹ ਤਾਂ ਫੁੱਟ ਗਏ। ਫਿਰ ਉਹ ਖੱਟ ਕੇ ਕੀ ਗਏ ਫਿਰ ਉਹ? ਬਿਲਕੁਲ ਉਹ ਸਹੀ ਹੈ ਗੱਲ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ। ਉਹ ਕਹਿੰਦੇ ਤੂੰ ਇੱਧਰ ਨੂੰ ਆ, ਹੁਣ ਮਿਲ ਸਾਧ ਸੰਗਤ ਭਜ, ਸਿਰਫ ਤੇ ਸਿਰਫ ਕੇਵਲ ਨਾਮ। ਬਸ ਇੱਕ ਆਖਿਆ ਸ਼ਬਦ ਭਾਖਿਆ ਦੂਰ ਦਿਨ ਰਾਤ। ਦੇਖੋ ਪ੍ਰਮਾਤਮਾ ਕਿੰਨਾ ਗਿਆਨ ਸਾਨੂੰ ਸਾਡੇ ਅੱਗੇ ਰੱਖ ਕੇ ਛੱਡ ਗਏ ਹੈ, ਸਾਡੇ ਵਾਸਤੇ। ਆਪ ਤਾਂ ਨਿਕਲ ਗਏ, ਸਾਡੇ ਵਾਸਤੇ ਛੱਡ ਕੇ ਗਏ ਤੇ ਅਸੀਂ ਫੜਦੇ ਹੀ, ਅਸੀਂ ਉਹਨੂੰ ਪੜ੍ਹ ਕਵਾ ਲਿਆ ਜੀ। ਹਾਂ ਅੱਗੇ ਸ਼ਲੋਕ ਆ ਗਿਆ, ਮਹੱਲਾ ਪੰਜਵਾਂ। ਪ੍ਰੇਤੋਂ ਕੀਤੋਨ ਦੇਵਤਾ ਤਿਨੇ ਕਰਨੇ ਹਾਰੇ। ਕਹਿੰਦੇ ਪਿਆਰਿਆ ਤੂੰ ਕਿਹੇ ਜਿਹਾ ਹੈਗਾ ਇਹ ਮੈਟਰ ਨਹੀਂ ਕਰਦਾ। ਤੂੰ ਕਿੰਨਾ ਕੁ ਕਾਲਾ ਹੈ, ਕਿੰਨਾ ਕੁ ਪ੍ਰੇਤ ਹੈਗਾ, ਕਿੰਨੇ ਕੁ ਅਵਗੁਣ ਆ ਤੇਰੇ ਅੰਦਰ, ਕਿੰਨੀ ਕੁ ਰਾਖਸ਼ਸ ਬਿਰਤੀ ਹੈਗੀ ਤੇਰੇ ਅੰਦਰ, ਇਹ ਮੈਟਰ ਨਹੀਂ ਕਰਦੀ। ਮੈਟਰ ਕਰਦੀ ਹੈ ਬਈ ਤੂੰ ਹੁਣ ਜਿਹੜਾ ਹੈਗਾ ਸਹੀ ਰਸਤੇ 'ਤੇ ਤੁਰਨ ਨੂੰ ਤਿਆਰ ਆ, ਤੂੰ ਸੱਚ ਨੂੰ ਛੱਡਣ ਨੂੰ ਤਿਆਰ ਆ, ਤੂੰ ਥੋੜ੍ਹਾ ਸਮਾਂ ਜਿਹੜਾ ਹੈਗਾ 24 ਘੰਟੇ ਦੇ ਵਿੱਚ ਬੰਦਗੀ ਕਰਨ ਨੂੰ ਤਿਆਰ ਆ। ਔਰ ਤੂੰ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਘੱਟ ਤੋਂ ਘੱਟ ਯੂ ਟਰਨ ਲੈਣ ਨੂੰ ਤਿਆਰ ਆ, ਸੱਚ ਦੇ ਉੱਤੇ ਤੁਰਨ ਨੂੰ ਤਿਆਰ ਹੈ। ਪ੍ਰੇਤੋਂ ਕੀਤੋਨ ਦੇਵਤਾ ਤਿਨੇ ਕਰਨੇ ਹਾਰੇ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਕਰਨਾ ਹੈ, ਤੇ ਤੂੰ ਫਿਰ ਸਿਰਫ ਚੋਇਸ ਦੇਣੀ ਆ। ਅੱਗੇ ਮਾਲਕ ਨੇ ਸਫਾਈ ਮਾਲਕ ਨੇ ਕਰਨੀ ਆ ਤੇਰੀ। ਪ੍ਰੇਤੋਂ ਕੀਤੋਨ ਦੇਵਤਾ, ਪ੍ਰੇਤ ਤੋਂ ਦੇਵਤਾ ਬਣਾ ਦੂਗਾ ਮਾਲਕ ਪਰਮਾਤਮਾ। ਤਿਨੇ ਕਰਨੇ ਹਾਰੇ, ਸਭੇ ਸਿੱਖ ਉਬਾਰਿਆਨ ਪ੍ਰਭ ਕਾਜ ਸਵਾਰੇ। ਕਿਹਨਾਂ ਨੂੰ ਉਬਾਰਦਾ ਹੈ, ਕਿਹਨਾਂ ਨੂੰ ਦੇਵਤਾ ਬਣਾਉਂਦਾ ਹੈ? ਸਿੱਖਾਂ ਨੂੰ ਬਣਾਉਂਦਾ ਹੈ। ਸਿੱਖ ਕਿਹੜੇ ਜੀ? ਆ ਜਿਹੜੇ ਸਿੱਖ ਜਿਹੜੇ ਹੈਗੇ ਸੋ ਕਾਲਡ ਸਿੱਖ ਨਾ, ਸਿੱਖ ਜਿਹੜੇ ਆ ਗੁਰੂ ਹੈ, ਆ ਬਾਣੀ ਹੈਗੀ। ਇਸ ਬਾਣੀ ਤੇ ਜਿਹੜੇ ਤੁਰਦੇ ਹੈਗੇ ਉਹ ਸਿੱਖ ਦੀ ਗੱਲ ਕਰ ਰਿਹਾ ਹੈ। ਉਹ ਕੋਈ ਵੀ ਹੋ ਸਕਦਾ, ਹਿੰਦੂ ਮੁਸਲਮਾਨ
ਪਾਰਸੀ ਕੋਈ ਵੀ ਕਿਤੋਂ ਮਰਜ਼ੀ ਹੋ ਸਕਦਾ ਹੈ, ਜਿਹੜਾ ਇਸ ਬਾਣੀ ਦੇ ਆਖੇ ਲੱਗਦਾ ਹੈ, ਜਿਹੜਾ ਇਸ ਗੁਰੂ ਦੇ ਆਖੇ ਲੱਗਦਾ ਹੈ, ਉਹ ਸਿੱਖ ਹੈਗਾ। ਸਭੇ ਸਿੱਖ ਉਬਾਰਿਆਨ ਪ੍ਰਭ ਕਾਰ ਸਵਾਰੇ, ਮਾਲਕ ਨੇ ਕਾਰ ਸਵਾਰਨੇ। ਉਸ ਨੇ ਜਿਹੜਾ ਹੈਗਾ ਆਪਾਂ ਨੂੰ ਗੋਟੀ, ਆਪਾਂ ਤਾਂ ਗੋਟੀਆਂ ਹੈਗੀਆਂ ਪਾਏ, ਉਹਨੇ ਚੱਕ ਕੇ ਔਰ ਜਿਹੜਾ ਹੈਗਾ ਉਸ ਪਾਸੇ ਰੱਖ ਦੇਣਾ ਜਿੱਧਰ ਨੂੰ ਆਪਾਂ ਚਾਹੁੰਦੇ ਆ। ਪ੍ਰੇਤੋ ਕੀ ਤੁਨ ਦੇਵਤਾ ਤਿਨੇ ਕਰਨੇ ਹਾਰੇ। ਉਹ ਤਾਂ ਕਹਿੰਦਾ ਮੈਨੂੰ ਤੇਰੀ ਚੁਆਇਸ ਚਾਹੀਦੀ ਆ ਮਿੱਤਰਾ, ਤੂੰ ਕੀ ਚਾਹੁੰਦਾ ਹੈ, ਤੂੰ ਸੱਚ ਚਾਹੁੰਦਾ ਹੈ ਕਿ ਕੱਚ ਚਾਹੁੰਦਾ ਹੈ, ਬਸ। ਪ੍ਰੇਤੋ ਕੀ ਤੁਨ ਦੇਵਤਾ ਤਿਨੇ ਕਰਨੇ ਹਾਰੇ, ਸਭੇ ਸਿੱਖ ਉਬਾਰਿਆਨ ਪ੍ਰਭ ਕਾਰ ਸਵਾਰੇ, ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ। ਜੇ ਤੂੰ ਨਿੰਦਾ ਦੇ ਵੱਲ, ਕੱਚ ਦੇ ਵੱਲ, ਝੂਠ ਦੇ ਵੱਲ ਆ, ਤੇ ਮਾਲਕ ਦੇ ਦਰਬਾਰ ਦੇ ਵਿੱਚ ਤੈਨੂੰ ਨਹੀਂ ਹੈ। ਉੱਥੇ ਜਿਹੜਾ ਹੈਗਾ ਧਰਮਰਾਜ ਨੇ ਡੱਕਰ ਦੇਣਾ ਤੈਨੂੰ, ਔਰ ਤੈਨੂੰ ਜੋ ਪਛਾੜਿਆਨ ਕੀ ਆ ਬਈ ਜੂਨਾਂ ਦੇ ਵਿੱਚ ਜਾਏਗਾ। ਉੱਥੇ ਝੂਠਾ ਹੈ, ਝੂਠ ਦੇ ਨਾਲ ਜੁੜਿਆ ਆ। ਉਹ ਦਰਬਾਰ ਸੱਚ ਹੈ। ਉਹ ਧਰਮਰਾਜ ਨੇ ਜਿਹੜਾ ਹੈਗਾ ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਮਾੜੇ ਕੰਮ ਕੀਤੇ ਆ, ਝੂਠਾ ਹੈਗਾ, ਤੇ ਪਾਏ ਵੱਖ ਕੱਢ ਦਿੱਤਾ ਜਾਏਗਾ। ਨਾਨਕ ਕਾ ਪ੍ਰਭ ਵੱਡਾ ਹੈ, ਆਪ ਸਾਜ ਸਵਾਰੇ। ਆ ਦੇਖੋ ਕੀ ਕਹਿ ਰਹੀ ਹੈ ਬਾਣੀ, ਕਹਿੰਦੇ ਮਾਲਕ ਪਰਮਾਤਮਾ ਵੱਡਾ ਹੈ, ਉਹਨੇ ਹੀ ਸਾਜਣਾ ਹੈਗਾ, ਉਹਨੇ ਹੀ ਸਵਾਰਨਾ ਹੈਗਾ। ਉਹ ਬਾਪ ਹੈਗਾ, ਆਪਾਂ ਬੱਚੇ ਹੈਗੇ ਆ, ਉਹਨੇ ਨਲਾਉਣਾ ਧਲਾਉਣਾ ਹੈ ਆਪਾਂ ਨੂੰ। ਇਹ ਮੈਲ ਉਹਨੇ ਕੱਢਣੀ ਆ, ਆਪਾਂ ਨੇ ਆਪਸ਼ਨ ਦੇਣਾ ਹੈ। ਉਹਨੇ ਗੁਰੂ ਦੇ ਦੁਆਰਾ, ਬ੍ਰਹਮ ਗਿਆਨੀਆਂ ਦੇ ਦੁਆਰਾ, ਸਾਧ ਸੰਗਤ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਇਹ ਮੈਲ ਕੱਢ ਦੇਣੀ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਇੱਕ ਮਿੰਟ ਮੈਂ ਤੁਕ ਇੱਕ ਮਿੰਟ ਬਸ। ਪ੍ਰੇਤੋ ਕੀ ਤੁਨ ਦੇਵਤਾ ਤਿਨੇ ਕਰਨੇ ਹਾਰੇ। ਸਭੇ ਸਿੱਖ ਉਬਾਰਿਆਨ ਪ੍ਰਭ ਕਾਰ ਸਵਾਰੇ, ਮਾਲਕ ਨੇ ਕਾਰ ਸਵਾਰਨਾ ਹੈ ਪਾਏ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਜੀ ਉਹ ਕਿਉਂਕਿ ਉਹ ਮਾਲਕ ਹੈ, ਉਹਨੇ ਤਾਂ ਉਹ ਤਾਂ ਇੰਨਾ ਜਿਵੇਂ ਕਹਿੰਦੇ ਆ ਉਹ ਤੁਹਾਡੇ ਤੇ ਕਿਰਪਾ ਹੈ ਉਹਦੀ। ਉਹ ਗੁਰਬਾਣੀ ਕਹਿੰਦਾ ਕਿ ਮਾਨੁਖ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਤ। ਬਿਲਕੁਲ ਇਹੀ ਗੱਲ ਇੱਥੇ ਕਹਿ ਰਹੇ ਆ, ਪੰਜਵੀਂ ਪਾਤਸ਼ਾਹੀ ਕਹਿ ਰਹੇ ਆ। ਹਾਂ ਹਾਂਜੀ। ਉਹ ਕਹਿੰਦੇ ਵੀ ਉਹ ਤਾਂ ਇੰਨਾ, ਕਹਿੰਦੇ ਤੂੰ ਕਰ ਤਾਂ ਸਹੀ, ਤੂੰ ਥਿਰ ਘਰ ਬੈਸੋ ਅਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਤੂੰ ਉਸ ਥਿਰ ਘਰ ਦੇ ਵਿੱਚ ਜਾਣ ਲਈ ਉਪਰਾਲਾ ਤਾਂ ਕਰ, ਉੱਥੇ ਬੈਠਣ ਦਾ ਉਪਰਾਲਾ ਤਾਂ ਕਰ। ਤੂੰ ਸੁਣਨ ਦੇ ਵਿੱਚ ਬੈਠ ਤਾਂ ਸਹੀ, ਉਹ ਤਾਂ ਸਭ ਕਰੂਗਾ। ਕਿ ਸਾਰੇ ਸਿੱਖਾਂ ਨੂੰ, ਸਾਰੇ ਸਿੱਖ ਕਿਹੜੇ ਜਿਹੜੇ ਉਹ ਪਿੱਛੇ ਚੱਲ ਰਹੇ ਨੇ ਉਹਨਾਂ ਦੇ, ਜਿਹੜੇ ਉਹਨਾਂ ਦੇ ਦੱਸੇ ਮਾਰਗ ਅਨੁਸਾਰ ਜੋ ਜਿਸ ਤਰ੍ਹਾਂ ਉਹ ਘਾਲ ਕੇ ਗਏ, ਮਸ਼ੱਕਤ ਘਾਲ ਕੇ, ਤੇ ਉਹ ਤਾਂ ਹੀ ਕਹਿ ਰਹੇ ਕਿ ਤੁਸੀਂ ਵੀ ਨਾਮ ਨੂੰ ਧਿਆ ਲਓ ਬਈ। ਬਿਲਕੁਲ, ਨਹੀਂ ਤਾਂ ਫਿਰ ਉਹ ਚੰਗਿਆਈਆਂ ਬੁਰਾਈਆਂ ਤਾਂ ਸਭ ਬਾਚੇ ਧਰਮ ਮਜ਼ਦੂਰ। ਉਹ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਮ। ਉਹ ਤੇ ਅਦਰਵਾਈਜ਼ ਫਿਰ ਕੀ ਹੈ, ਫਿਰ ਦੂਜਾ ਕੀ ਹੈ, ਮਨਮੁਖਾਂ ਵਾਲਾ ਰਸਤਾ। ਫਿਰ ਉੱਥੇ ਕੀ ਹੈ, ਨਿੰਦਾ ਚੁਗਲੀ ਹੈ, ਇੱਧਰ ਉੱਧਰ ਦੀਆਂ ਝੂਠ ਹੈ, ਕੂੜ ਹੈ ਨਾ ਜੀ, ਰਾਗ ਹੈ, ਦਵੈਸ਼ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਉੱਥੇ ਫਿਰ ਤਾਂ ਮਾਰਨੇ ਪਟਕਾ ਕੇ ਉਹਨਾਂ ਨੇ, ਪਛਾੜ ਦੇਣੇ ਉਹਨੇ ਫੜ ਕੇ ਉਹਨੇ। ਤੇ ਉਹ ਕਿਉਂਕਿ ਉਹਨੇ ਸਾਜਣ ਵਾਲਾ ਕੌਣ ਹੈ, ਉਹ ਹੈ ਪ੍ਰਮਾਤਮਾ। ਉਹ ਸਾਰਿਆਂ ਤੋਂ ਵੱਡਾ। ਉਹਨੇ ਤੇਰੇ ਸਾਰੇ ਕੰਮ ਸਵਾਰਨੇ ਹੈ। ਤੇ ਉਹ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ। ਇਸ ਕਰਕੇ ਅਸੀਂ ਉਹਦੇ ਲੜ ਲੱਗੇ, ਅਸੀਂ ਉਹਨੂੰ ਚੇਤੇ ਕਰੀਏ, ਉਹਦਾ ਸਿਮਰਨ ਕਰੀਏ ਜੀ। ਉਸੇ ਨੇ ਤਾਰਨਾ, ਉਸੇ ਨੇ ਸਵਾਰਨਾ ਹੈ। ਦੇਖੋ ਪ੍ਰਭ ਆਪ ਸਾਜ ਸਵਾਰੇ, ਨਾਨਕ ਕਾ ਪ੍ਰਭ ਵੱਡਾ ਹੈ, ਆਪ ਸਾਜ ਸਵਾਰੇ। ਹੁਣ ਪੌੜੀ ਕੀ ਕਹਿੰਦੀ ਹੈ ਭਾਈ? ਆਹ 2 ਸ਼ਲੋਕ ਹੈਗੇ ਇਹਦੇ ਵਿੱਚ। ਦੇਖ ਲਓ ਪਹਿਲੇ ਸ਼ਲੋਕ 'ਚ ਹੈਗਾ ਬਈ ਤੂੰ ਜਿਹੜੇ ਕੰਮ ਆਇਆ ਉਹ ਕੰਮ ਤੂੰ ਕੀਤਾ ਨਹੀਂ ਆ, ਤੂੰ ਹੋਰ ਦੇ ਹੋਰ ਧੰਦਿਆਂ 'ਚ ਚਲਾ ਗਿਆ, ਆਹ ਰਿਜ਼ਲਟ ਤੇਰਾ ਆ ਹੋਣਾ ਹੈ। ਜੇ ਤੂੰ ਜਿਹੜਾ ਹੈਗਾ ਉਹ ਕੰਮ ਨੂੰ ਵੀ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਂਦਾ, ਥੋੜ੍ਹਾ ਸਮਾਂ ਦਿੰਦਾ, ਸਵੇਰੇ ਸ਼ਾਮ ਦਾ 24 ਘੰਟੇ ਦੇ ਵਿੱਚ ਦਸਵੰਧ ਕੱਢ ਦਿੰਦਾ, ਤੇ ਤੈਨੂੰ ਜਿਹੜਾ ਹੈਗਾ ਪ੍ਰੇਤ ਤੋਂ ਦੇਵਤਾ ਕਰ ਦੇਣਾ ਸੀ ਮਾਲਕ ਪਰਮਾਤਮਾ ਨੇ, ਔਰ ਤੈਨੂੰ ਸਵਾਰ ਦੇਣਾ ਸੀ, ਔਰ ਮਾਲਕ ਨੇ ਜਿਹੜਾ ਹੈਗਾ ਸੰਸਾਰ ਤੋਂ ਇਹਦੇ 'ਚੋਂ ਕੱਢ ਲੈਣਾ ਸੀ। ਹੁਣ ਪੌੜੀ ਕੀ ਕਹਿੰਦੀ ਹੈ? ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੇ, ਸਭ ਤਿਸੈ ਕਰਨਾ। ਕਹਿੰਦੇ ਦੇਖ ਲਾ, ਮਾਲਕ ਪਰਮਾਤਮਾ ਬੇਅੰਤ ਹੈਗਾ, ਉਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ।
ਔਰ ਸਾਰਾ ਕੁਝ ਉਸੇ ਮਾਲਕ ਪਰਮਾਤਮਾ ਨੇ ਕਰਨਾ ਹੈ। ਸਾਰਾ ਕੁਝ ਉਹਨੇ ਕਰਨਾ ਹੈ। ਉਹਨੇ ਚੋਗਾ ਖਿਲਾਰਿਆ ਹੋਇਆ, ਉਹਨੇ ਸਾਰੇ ਸਵਾਦ ਜਿਹੜੇ ਹੈਗੇ, ਸਾਰਾ ਕੁਝ ਜਿਹੜਾ ਇਹਦੇ ਵਿੱਚ ਉਲਝਾਇਆ ਹੋਇਆ ਆ। ਇਹ ਮਾਇਆ ਦੇ ਵਿੱਚ, ਇਹ ਮੋਹ ਦੇ ਵਿੱਚ, ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਆਪਣਾ ਜੀਵਨ ਸੜ ਜਾਂਦਾ ਹੈ ਔਰ ਉਹੀ ਕੱਢਦਾ ਆ, ਉਹੀ ਜਿਹੜਾ ਬ੍ਰਹਮ ਗਿਆਨੀ ਦਿੰਦਾ ਹੈ। ਆ ਦੋਨੋਂ ਜਿਹੜੇ ਹੈਗੇ, ਦੋਨੋਂ ਟੀਮਾਂ ਦਾ ਮੈਚ ਆ ਪਾਏ। ਆ ਮੈਚ ਮਾਲਕ ਪਰਮਾਤਮਾ ਦੇਖ ਰਿਹਾ ਹੈ ਔਰ ਉਹ ਗੋਟੀਆਂ ਨੂੰ ਇੱਧਰ ਉੱਧਰ ਜਿਹੜਾ ਸ਼ਿਫਟ ਕਰ ਰਿਹਾ ਹੈ ਮਾਲਕ ਪਰਮਾਤਮਾ ਆਪ। ਪ੍ਰਭ ਬੇਅੰਤ, ਉਹ ਬੇਅੰਤ ਹੈ। ਸਭ ਤਿਸੈ ਕਰਨਾ, ਕਿਛ ਅੰਤ ਨਾ ਹੈ। ਉਹਦਾ ਕੋਈ ਅੰਤ ਨਹੀਂ ਹੈ ਭਾਈ, ਸਾਰਾ ਕੁਝ ਉਹਨੇ ਕਰਨਾ ਹੈ। ਉਹਦੇ ਹਰੇਕ ਜਿਹੜਾ ਸਾਰੇ ਜੀਵ ਜਿਹੜੇ ਹੈਗੇ ਉਸੇ ਮਾਲਕ ਪਰਮਾਤਮਾ ਦਾ ਅੰਸ਼ ਹੈਗੇ, ਉਹਦੇ ਬੱਚੇ ਹੈਗੇ ਸਾਰੇ ਦੇ ਸਾਰੇ। ਉਹਨੂੰ ਕਿਸੇ ਦੇ ਨਾਲ ਪਾਰਸ਼ਲਿਟੀ ਨਹੀਂ ਹੈਗੀ, ਸਾਰਿਆਂ ਨੂੰ ਇਕੁਅਲ ਟਰੀਟ ਕਰਦਾ ਹੈ ਮਾਲਕ ਪਰਮਾਤਮਾ। ਔਰ ਉਹਦੀ ਗੇਮ ਫੇਅਰ ਹੈਗੀ, ਉਹਦੇ ਵਿੱਚ ਜਰਾ ਵੀ ਜਿਹੜਾ ਹੈਗਾ, ਜਰਾ ਵੀ ਝੂਠ ਨਹੀਂ ਹੈਗਾ। ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ, ਉਹ ਅਗਮਯ ਨਹੀਂ ਦਿਸਦਾ ਭਾਈ, ਉਹ ਇੰਦਰੀਆਂ ਤੋਂ ਪਕੜ ਤੋਂ ਪਰੇ ਹੈਗਾ, ਉਹ ਸਾਹਿਬ ਹੈਗਾ, ਜੀਆਂ ਕਾ ਪਰਣਾ ਹੈਗਾ। ਪਰਣਾ ਕੀ ਹੁੰਦਾ? ਆਸਰਾ। ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲਾ ਉਹੀ ਮਾਲਕ ਪਰਮਾਤਮਾ ਹੈਗਾ। ਔਰ ਕਿੰਨਾ ਕੁ ਵੱਡਾ ਹੈਗਾ ਦੇਖ ਲਓ, ਕਿੰਨੇ ਕੁ ਜੀਵ ਹੈਗੇ ਪਾਏ। 84 ਲੱਖ ਤਾਂ ਜੂਨੀਆਂ ਹੈਗੀਆਂ, 84 ਲੱਖ ਤਾਂ ਜਿਹੜੀਆਂ ਹੈਗੀਆਂ ਸਪੀਸੀਸ ਹੈਗੀਆਂ। 42 ਲੱਖ ਪਾਣੀ 'ਚ ਹੈਗੀਆਂ, ਨਾਮਦੇਵ ਜੀ ਕਹਿੰਦੇ 42 ਲੱਖ ਜੀਵ ਜਲ ਮੇ ਹੋਤੇ। ਉਹ ਸਾਰਿਆਂ ਦਾ ਜਿਹੜਾ ਆਸਰਾ ਉਹ ਮਾਲਕ ਪਰਮਾਤਮਾ ਹੈਗਾ। ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ, ਹਸਤ ਦੇ ਪ੍ਰਤਿਪਾਲ ਦਾ ਭਰਨ ਪੋਖਣ ਕਰਨਾ। ਸਾਰਿਆਂ ਨੂੰ ਦੇਖ ਲਓ ਹੱਥ ਦਿੱਤਾ ਹੋਇਆ, ਪਾਲ ਰਿਹਾ ਸਾਰਿਆਂ ਨੂੰ। ਹੱਥ ਕੀ ਦੇਖ ਲਓ, ਸਾਰਿਆਂ ਨੂੰ ਆਕਸੀਜਨ ਮਿਲ ਰਹੀ ਹੈ, ਪਾਣੀ ਮਿਲ ਰਿਹਾ ਹੈ, ਸਾਰਾ ਕੁਝ ਖਾਣ ਪੀਣ ਨੂੰ ਮਿਲ ਰਿਹਾ, ਸਾਰਿਆਂ ਨੂੰ ਪਾਲ ਰਿਹਾ। ਭਰਨ ਪੋਖਣ, ਸਾਰਾ ਪਾਲਣ ਪੋਸ਼ਣ ਕਰ ਰਿਹਾ ਮਾਲਕ ਪਰਮਾਤਮਾ ਸਾਰਿਆਂ ਦਾ। ਕੋਈ ਉਹਨੂੰ ਯਾਦ ਕਰਦਾ ਤਾਂ ਵੀ ਕਰ ਰਿਹਾ, ਨਹੀਂ ਕਰਦਾ ਤਾਂ ਵੀ ਕਰ ਰਿਹਾ, ਕਿਉਂਕਿ ਉਹਨੇ ਤਾਂ ਫੇਰ ਗੇਮ ਹੈ ਪਾਏ। ਉਹਨੇ ਥੋੜੀ ਨਾ ਆਪਾਂ ਨੂੰ ਕੁਝ ਜਿਹੜਾ ਹੈਗਾ, ਉਹਨੇ ਤਾਂ ਜੋ ਨਿਯਮ ਬਣਾਤੇ ਆ ਉਸ ਨਿਯਮਾਂ ਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੂੰ ਉਹ ਜੂਨਾਂ ਦੇ ਵਿੱਚ ਲੰਘਣਾ ਪੈਂਦਾ ਹੈ ਭਾਈ। ਉਹ ਵੀ ਤਾਂ ਕਰਕੇ ਕਿਉਂਕਿ ਜਿਹੜਾ ਕਾਰਨ ਸਰੀਰ ਜਿੰਨਾ ਵਧਾ ਲਿਆ ਹੈ ਉਹਨੂੰ ਘਟਾਵਾਂਗੇ, ਫਿਰ ਮਨੁੱਖਾ ਸਰੀਰ ਬਰੋਬਰ ਜਿੰਨਾ ਚਾਹੀਦਾ ਹੈ ਉਸ ਲੈਵਲ 'ਤੇ ਆਵਾਂਗੇ ਤੇ ਫਿਰ ਵਾਰੀ ਆਏਗੀ। ਹਸਤ ਦੇ ਪ੍ਰਤਿਪਾਲ ਦਾ ਭਰਨ ਪੋਖਣ ਕਰਨਾ, ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਧਰਨਾ। ਕਹਿੰਦੇ ਉਹ ਮਿਹਰਬਾਨ ਹੈ, ਬਖਸ਼ਿੰਦ ਹੈਗਾ। ਉਹ ਨਹੀਂ ਦੇਖਦਾ ਵੀ ਕੀ ਅਵਗੁਣ ਕਰਕੇ ਆ ਰਹੇ ਆ, ਕਿੰਨਾ ਨੈਗੇਟਿਵ ਹੈ, ਕਿੰਨੀ ਕੁ ਕਾਲਕ ਹੈ ਤੇਰੇ ਅੰਦਰ। ਬਸ ਉਹ ਕਹਿੰਦਾ ਮੈਨੂੰ ਤਾਂ ਚਾਹੀਦਾ ਵੀ ਤੂੰ ਜਿਹੜਾ ਹੈਗਾ ਸੱਚ ਵੱਲ ਨੂੰ ਚੱਲ ਪਿਆ ਆ, ਤੇਰੇ ਅੰਦਰ ਇੱਛਾ ਹੋ ਗਈ ਸੱਚ ਵੱਲ ਨੂੰ ਚੱਲਣ ਦੀ। ਉਹ ਮਿਹਰਬਾਨ ਆ, ਬਖਸ਼ਿੰਦ ਹੈਗਾ। ਉਹਨੂੰ ਜਪ ਕੇ ਆਪ ਜਪ ਸੱਚੇ ਧਰਨਾ। ਉਹ ਸੱਚ ਆ ਤੇ ਸੱਚ ਨੂੰ ਜਿਹੜਾ ਹੈਗਾ ਆਪਾਂ ਵੀ ਸੱਚ ਹੈਗੇ ਆ ਤੇ ਆਪਣੇ ਆਪ ਆਪਣੀ ਆਤਮਾ ਦੇ ਨੇੜੇ ਹੋਵਾਂਗੇ ਆਪਾਂ ਤੇ ਤਰ ਜਾਵਾਂਗੇ। ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ। ਉਹ ਮਾਲਕ, ਹੇ ਮਾਲਕਾ ਜੋ ਤੈਨੂੰ ਚੰਗਾ ਲੱਗਦਾ ਆ, ਆਹ ਜਿਹੜਾ ਹੈਗਾ ਤੁਧ ਭਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਤੇਰੀ ਸ਼ਰਣਾ। ਮੈਂ ਤੇਰੀ ਸ਼ਰਨ ਦੇ ਵਿੱਚ ਹਾਂ ਮਾਲਕਾ, ਮੈਂ ਤੇਰੀ ਸ਼ਰਨ ਦੇ ਵਿੱਚ ਹਾਂ। ਹਾਂਜੀ ਸੁਖਵਿੰਦਰ ਜੀ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਗੁਰਬਾਣੀ ਚ ਆਪਾਂ ਰੋਜ਼ ਪੜ੍ਹੀ ਜਾਂਦੇ ਹਾਂ ਜਪਜੀ ਸਾਹਿਬ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੁਕਮ ਚਲਾਏ ਰਾਹੋ। ਉਹ ਦੇਖੋ ਉਹ ਐਸਾ ਬੇਅੰਤ ਹੈ, ਉਹ ਅਸੀਂ ਉਹ ਕਿੱਦਾਂ ਚਲਾ ਰਿਹਾ ਹੈ। ਦੇਖੋ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਬੇਪਰਵਾਹੋ। ਦੇਖੋ ਕੈਸੇ ਵਿਚਰ ਰਿਹਾ ਹੈ ਉਹ। ਤੇ ਉਹ ਤੂੰ ਬੇਅੰਤ ਕੋ ਵਿਰਲਾ ਜਾਣੇ। ਉਹ ਪ੍ਰਭ ਐਸਾ ਬੇਅੰਤ ਹੈ, ਉਹਦਾ ਕੋਈ ਅੰਤ ਪਾ ਸਕਦਾ ਹੈ? ਕਿਉਂਕਿ ਸਾਰਾ ਜਗਤ ਕੋਈ ਉਹ ਥਾਂ ਦੱਸੋ ਜਿੱਥੇ ਉਹ ਨਹੀਂ ਹੈ। ਬਿਲਕੁਲ ਉਹ ਸਭ ਜਗ੍ਹਾ ਮੌਜੂਦ ਹੈ। ਉਹ ਐਸਾ ਹੈ ਕਿ ਉਹ ਸਾਰੇ ਜੀਵਨ ਦਾ ਆਸਰਾ ਹੈ, ਕਿਉਂਕਿ ਅਗਮ ਹੈ, ਅਗੋਚਰ ਹੈ ਉਹ, ਹੈ ਨਾ ਜੀ। ਫਿਰ ਅੰਤ ਨਾ ਪਾਇਆ ਜਾਏ। ਉਹ ਐਸਾ ਸਾਹਿਬ ਹੈ, ਅਸੀਂ ਉਹਦੇ ਚੇਰੇ ਆ ਤੇ ਉਹ ਸਾਰੇ ਜੀਆਂ ਦਾ ਪ੍ਰਣਾ ਹੈ। ਤੇ ਉਹ ਆਪਣਾ ਹੱਥ ਦੇ ਕੇ ਸਾਰਿਆਂ ਨੂੰ, ਉਹ ਗੁਰਬਾਣੀ ਚ ਇੱਕ ਹੋਰ ਤੋਂ ਕਹਿੰਦੀ ਸੋਦਾਰ ਕੇ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ। ਉਹ ਤੇ ਉਹ ਸਾਰਾ ਹੀ ਦਾਰ ਹੈ, ਸਾਰਾ ਹੀ ਘਰ ਹੈ ਉਹਦਾ, ਸਾਰੀ ਸ੍ਰਿਸ਼ਟੀ, ਸਾਰਾ ਬ੍ਰਹਿਮੰਡ, ਉਹ ਸਾਰੇ ਕਿਤੇ ਹੈ, ਕਿੱਥੇ ਨਹੀਂ ਹੈ ਉਹ।
ਸਭ ਜਗ੍ਹਾ ਤੇ ਉਹ ਹੱਥ ਦੇ ਕੇ ਸਭ ਨੂੰ ਉਹ ਕਰ ਰਿਹਾ ਤੇ ਮਿਹਰਬਾਨ ਹੈ, ਬਖਸ਼ਿੰਦ ਵੀ ਹੈ ਕਹਿੰਦੇ। ਉਹ ਬਖਸ਼ਿੰਦ ਕਿੱਦਾਂ, ਉਹ ਕਹਿੰਦੇ ਕਿ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰ ਪਾਵੇ, ਹੈ ਨਾ ਜੀ। ਨਾਲ ਫਿਰ ਉਹ ਕਹਿੰਦੇ ਕਰਨਾ ਕਿੱਦਾਂ, ਐਸਾ ਮਿਹਰਬਾਨ ਬਖਸ਼ਿੰਦ ਉਹਨੂੰ ਕਿੱਦਾਂ ਉਹਦੇ ਨਾਲ ਕਿੱਦਾਂ ਅਸੀਂ ਤਰ ਸਕਦੇ ਹਾਂ ਉਹ ਸੰਸਾਰ ਸਮੁੰਦਰ ਤੋਂ। ਉਹ ਕਹਿੰਦੇ ਜਪ ਸੱਚੇ ਤਰਨਾ, ਜਪ ਕੇ ਇਹ ਜਪਣਾ ਕੀ ਹੈ, ਉਹ ਸਟਾਪ ਲਾ ਦੋ ਔਗਣਾਂ ਨੂੰ, ਜਿਹੜਾ ਮਨ ਨੂੰ ਸਟਾਪ ਕਰ ਦੋ ਤੇ ਲੰਘੋ ਅੱਗੇ ਨਿਰਵਿਚਾਰ ਦੇ ਵਿੱਚ, ਤੇ ਉਹ ਲੈ ਜਾਏਗਾ ਖਿੱਚ ਕੇ। ਉਹਦੇ ਹੁਕਮ 'ਚ ਜੋ ਤੁਧ ਭਾਵ ਹੈ ਸੋ ਭਲਾ, ਬਸ ਉਹੀ ਕਰੋਗੇ ਵੀ ਜੋ ਤੈਨੂੰ ਮਾਲਕਾ ਮਨਜ਼ੂਰ ਹੈ, ਮੇਰੇ ਪਾਸ ਕੁਛ ਨਹੀਂ, ਤੂੰ ਚਲਾ, ਮੈਨੂੰ ਨਹੀਂ ਪਤਾ ਕੁਛ ਕੀ ਹੋ ਰਿਹਾ, ਇਹ ਸਭ ਤੂੰ ਕਰ ਰਿਹਾ, ਤੂੰ ਹੀ ਕਰਨਹਾਰ। ਬਿਲਕੁਲ, ਅਸੀਂ ਤਾਂ ਤੇਰੀ ਸ਼ਰਨ ਦੇ ਵਿੱਚ ਹਾਂ, ਬਸ ਅਸੀਂ ਤਾਂ ਇਹੀ ਕਰ ਸਕਦੇ ਹਾਂ ਜੀ ਵੀਰ। ਐਕਚੁਅਲੀ ਕੀ ਹੁੰਦਾ ਹੈ ਨਾ, ਜਪਣਾ ਕੀ ਹੈਗਾ, ਮਾਲਕ ਤਾਂ ਨਹੀਂ ਕਹਿੰਦਾ ਵੀ ਮੈਨੂੰ ਤੂੰ ਜਪ ਮੇਰੀ ਵਡਿਆਈ ਕਰ। ਜਪਣਾ ਇਹ ਹੈਗਾ ਭਾਈ ਕਿ ਮਾਇਆ ਜੋ ਚੋਗਾ ਖਿਲ ਰਿਹਾ ਹੋਇਆ ਹੈ, ਇਹ ਮਨ ਜਿਹੜਾ ਹੈਗਾ ਇਹਦੀ ਦ੍ਰਿਸ਼ਟੀ ਉਸੇ ਪਾਸੇ ਹੁੰਦੀ ਹੈ ਚੋਗੇ ਦੇ ਵੱਲ, ਬਸ ਇਹਨੂੰ ਬ੍ਰੇਕ ਕਰਨਾ ਹੈ। ਇਹ ਵਿਚਾਰਾਂ ਦੇ ਇਹਨੇ ਚੋਗੇ ਦੇ ਵਿਚਾਰ ਨਹੀਂ ਲੈਣ ਦੇਣੇ, ਇਹਨੂੰ ਕਹਿੰਦੇ ਆ ਜਪਣਾ। ਬਸ ਆਹੀ ਜਪਣਾ ਹੈਗਾ, ਬਸ ਇਹਨੂੰ ਕਹਿੰਦੇ ਸੁੰਨ ਦੇ ਵਿੱਚ ਜਾਣਾ, ਆਹੀ ਸੁੰਨ ਦੇ ਵਿੱਚ ਜਾਣਾ ਹੈ। ਔਰ ਜਿਹੜਾ ਹੈਗਾ ਇਹਦੇ ਨਾਲ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਆ, ਤਾਂ ਇਹ ਜਿਹੜੇ ਹੈਗੇ ਖਿੱਚ ਜਿਹੜੀ ਮਾਇਆ ਦੀ ਤਾਂ ਜਾਂਦੀ ਹੈ। ਹਾਂ, ਫਿਰ ਗਿਆਨ ਆਉਂਦਾ। ਗੁਰਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂ, ਅੱਗੇ ਆਪਾਂ ਲਾਸਟ ਪੌੜੀ ਸ਼ੁਰੂ ਕਰਨ ਲੱਗੇ ਹਾਂ ਜੀ। ਉਸ ਤੋਂ ਪਹਿਲਾਂ ਦੇ ਸ਼ਲੋਕ ਹੈਗੇ। ਸ਼ਲੋਕ ਮਹੱਲਾ ਪੰਜਵਾਂ। ਤਿਨਾ ਭੁੱਖ ਨਾ ਘਾ ਰਹੀ, ਜਿਸ ਦਾ ਪ੍ਰਭ ਹੈ ਸੋਏ। ਕਿਉਂਕਿ ਇਨਸਾਨ ਜਿਹੜਾ ਹੈਗਾ, ਇਹ ਇਸ ਤੋਂ ਪਹਿਲਾਂ ਗੁਰਕੀ ਸਾਹਿਬ ਜਿਹੜੇ ਆਪਾਂ ਨੇ ਪਹਿਲੀ ਇਹਦੀ ਪੌੜੀ ਕੀਤੀ ਆ, ਉਹਦੇ ਵਿੱਚ ਮਹਾਰਾਜ ਨੇ ਦੱਸਿਆ ਹੈ ਬਈ ਦੁਨੀਆ ਦੇ ਵਿੱਚ ਇੰਨੇ ਧੰਦੇ ਹੈਗੇ ਆ, ਸਾਰੇ ਧੰਦੇ ਤੂੰ ਕਰਦਾ ਹੈ, ਇੱਕੋ ਹੀ ਕੰਮ ਜਿਹੜਾ ਹੈਗਾ ਕਰਨ ਵਾਲਾ ਹੈਗਾ, ਉਹ ਤੂੰ ਛੱਡ ਦਿੱਤਾ ਹੈ, ਉਹ ਕੰਮ ਨਹੀਂ ਕਰਦਾ। ਚਿੱਤ ਨਾ ਆਵੇ ਹੇਕੜੋ, ਇੱਕ ਤੇਰੇ ਕੰਮ ਨਹੀਂ ਚਿੱਤ ਆਉਂਦਾ। ਧੰਦੜੇ ਕੁਲਾ ਕਹਿੰਦੇ ਆ, ਸਾਰੇ ਨੁਕਸਾਨ ਦੇ ਧੰਦੇ ਨੂੰ ਲਾਭ ਨਹੀਂ ਹੈ, ਜਿਹਦੇ ਵਿੱਚ ਨੁਕਸਾਨ ਹੈਗਾ ਉਹ ਧੰਦੇ ਕਰ ਰਿਹਾ। ਇੱਕ ਧੰਦਾ ਜਿਹਦੇ 'ਚ ਫਾਇਦਾ ਹੈ ਉਹ ਤੂੰ ਕਰ ਨਹੀਂ ਰਿਹਾ, ਜਿਹਦੇ ਵਾਸਤੇ ਤੈਨੂੰ ਮਨੁੱਖਾ ਜੂਨ ਮਿਲੀ ਹੋਈ ਹੈ। ਤੇ ਫਿਰ ਕੀ ਹੁੰਦਾ, ਸਹੀ ਤਨ ਫੁੱਟਣ ਜਿੰਨਾ ਸਾਈਂ ਵਿਸਰੈ। ਕਹਿੰਦੇ ਬਾਰੀ ਖਤਮ ਹੋ ਜਾਂਦੀ ਹੈ, ਫੁੱਟ ਜਾਂਦਾ ਹੈ ਭਾਂਡਾ। ਸਰੀਰ ਜੋ ਮਨੁੱਖੀ ਜੂਨ ਇੰਨੀ ਕੀਮਤੀ ਮਿਲੀ ਸੀਗੀ ਤੇ ਕੋਈ ਕੁਛ ਕੀਤਾ ਨਹੀਂ, ਤੇ ਅੱਗੇ ਧਰਮਰਾਜ ਫਿਰ ਜਿਹੜਾ ਹੈਗਾ ਸੁਧਾਰ ਘਰ 'ਚ ਭੇਜ ਦਿੰਦਾ ਹੈ ਭਾਈ ਜੂਨਾਂ ਦੇ ਵਿੱਚ। ਤੇ ਇਸ ਤਰੀਕੇ ਦੇ ਨਾਲ, ਔਰ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਆ, ਪ੍ਰੇਤੋ ਕੀਤੋ ਦੇਵਤਾ ਤਿਨੇ ਕਰਨੇ ਹਾਰੇ। ਬਈ ਪ੍ਰੇਤ ਤੋਂ ਜਿਹੜਾ ਹੈਗਾ ਦੇਵਤਾ ਕਰ ਦਿੰਦਾ ਹੈ ਉਹ ਮਾਲਕ ਪਰਮਾਤਮਾ। ਕਹਿੰਦੇ ਤੂੰ ਆਪਸ਼ਨ ਦੇ ਬਸ, ਬਈ ਤੂੰ ਜਿਹੜਾ ਮਾਲਕ ਨੂੰ ਕੋਈ ਪ੍ਰੋਬਲਮ ਨਹੀਂ ਹੈ, ਤੂੰ ਕਿੰਨਾ ਕਾਲਾ ਹੈ, ਕਿੰਨਾ ਵੱਡਾ ਪ੍ਰੇਤ ਹੈਗਾ ਤੂੰ। ਉਹ ਕਹਿੰਦੇ ਤੈਨੂੰ ਦੇਵਤਾ ਕਰ ਦੂਗਾ ਉਹ ਮਾਲਕ ਪਰਮਾਤਮਾ। ਤੂੰ ਹੱਥ ਖੜਾ ਕਰ ਬਈ ਮੈਂ ਜਿਹੜਾ ਹੈਗਾ ਮੈਂ ਦੇਵਤਾ ਬਣਨਾ ਚਾਹੁੰਦਾ ਹੈ, ਬਸ ਤੇਰੀ ਜਿਹੜੀ ਯਸ ਚਾਹੀਦੀ ਹੈ। ਮਾਲਕ ਕਹਿੰਦਾ ਤੂੰ ਦੁਨੀਆ ਦੇ ਵਿੱਚ ਤੈਨੂੰ ਭੇਜਿਆ ਹੈ, ਤੇਰੀ ਚੁਆਇਸ ਹੈਗੀ, ਤੂੰ ਜੂਨਾਂ ਦੇ ਵਿੱਚ ਜਾਣਾ ਹੈ। ਤੈਨੂੰ ਜਿਹੜਾ ਹੈਗਾ ਤਕਲੀਫ ਹੁੰਦੀ ਹੈ, ਤੈਨੂੰ ਦੁੱਖ ਮਿਲਦੇ ਆ ਭਾਈ, ਇਸ ਕਰਕੇ ਮੈਂ ਤੇਰੇ ਪਿੱਛੇ ਹੈਗਾ, ਤੂੰ ਬੌਸ ਹੈਗਾ, ਤੂੰ ਬੋਲੇਗਾ ਮੈਂ ਉਹੀ ਕਰੂੰਗਾ। ਬਸ ਤੂੰ ਬੋਲ ਕੀ ਚਾਹੀਦਾ ਹੈ ਤੈਨੂੰ, ਬਸ ਆਹ ਪ੍ਰਾਇਰਟੀ ਹੈ। ਜੇ ਆਪਾਂ ਸੱਚ ਦੇ ਨਾਲ ਜੁੜ ਜਾਈਏ ਤੇ ਅੱਗੇ ਮਾਲਕ ਹੁਣ ਆ ਜਿਹੜੀ ਹੈਗੀ ਅਗਲੀ ਜਿਹੜੀ ਹੈਗੀ ਆਖਰੀ ਜਿਹੜੀ ਹੈ ਵਾਰ ਦੀ ਪੌੜੀ ਲੈ ਰਹੇ ਹਾਂ ਆਪਾਂ। ਉਸ ਤੋਂ ਪਹਿਲਾਂ ਸ਼ਲੋਕ ਹੈਗੇ। ਕਹਿੰਦੇ ਤੂੰ ਜਿਹੜੇ ਧੰਦਿਆਂ ਦੇ ਵਿੱਚ, ਜਿਹੜੇ ਸਵਾਦਾਂ ਦੇ ਵਿੱਚ, ਜਿਹੜੇ ਭੋਗਾਂ ਦੇ ਵਿੱਚ ਤੂੰ ਘੁੰਮਦਾ ਫਿਰਦਾ ਆ ਪਿਆਰਿਆ, ਤਿਨਾ ਭੁੱਖ ਨਾ ਕਾ ਰਹੀ, ਜਿਸ ਦਾ ਪ੍ਰਭ ਹੈ ਸੋਏ। ਤੂੰ ਇੱਕ ਵਾਰੀ ਜਿਹੜਾ ਹੈਗਾ ਉਹ ਪਰਮੇਸ਼ਰ ਜਿਹੜਾ ਹੈਗਾ ਆਪਣੀ ਆਤਮਾ ਦੇ ਨੇੜੇ ਸੱਚ ਨੂੰ ਫੜ ਲਾ ਤੇ ਤੇਰੇ ਸਾਰੀ ਭੁੱਖ ਖਤਮ ਹੋ ਜਾਏਗੀ। ਦੁਨੀਆ ਦੇ ਪਦਾਰਥਾਂ ਦੀ ਭੁੱਖ, ਉਹ ਨਾਮ ਦੀ ਇੱਕ ਬੂੰਦ ਤੇਰੇ ਅੰਦਰ ਆ ਗਈ ਤੇ ਉਹ ਅੰਮ੍ਰਿਤ ਦੀ ਬੂੰਦ। ਤਿਨਾ ਭੁੱਖ ਨਾ ਕਾ ਰਹੀ, ਜਿਸ ਦਾ ਪ੍ਰਭ ਹੈ ਸੋਏ। ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ। ਕਹਿੰਦੇ ਚਰਣੀ ਕੀ ਹੁੰਦਾ ਹੈ? ਚਰਣੀ ਹੈਗਾ ਭਾਈ ਪ੍ਰਭੂ ਦੇ ਚਰਨ ਕੀ ਹੈਗੇ? ਉਹਦਾ ਧਿਆਨ ਕੀ ਹੈਗਾ? ਮਾਇਆ ਵੱਲੋਂ ਜਿਹੜਾ ਹੈਗਾ ਪਦਾਰਥਾਂ ਦੇ ਮਾਇਆ ਦੇ ਚਰਣੀ ਲੱਗਣੋਂ ਹਟ ਜਾ। ਮਾਇਆ ਜਿਹੜੀ ਹੈਗੀ ਇਹ ਧੋਖਾ ਹੈ, ਇਹ ਮਾਲਕ ਨੇ ਫੈਬਰੀਕੇਟ ਕੀਤੀ ਹੋਈ ਹੈ, ਜਿਹਦੇ ਤੂੰ ਚਰਨ ਫੜ ਰਿਹਾ ਹੈ।
ਉਹ ਹੈ ਹੀ ਨਹੀਂ ਹੈ, ਉਹ ਧੋਖਾ ਹੈਗਾ। ਉਹ ਧੋਖੇ ਤੋਂ ਬਾਜ ਆ ਜਾ ਤੇ ਤੂੰ ਜਿਹੜਾ ਹੈਗਾ ਉੱਧਰ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਉਹਨਾਂ ਨੇ ਇਹ ਸਮਝਾਇਆ ਕਿ ਜਿਹੜਾ ਬੰਦਾ ਲਿਖਿਆ ਨਾ ਪ੍ਰਮਾਤਮਾ ਦੇ ਨਾਲ ਸੰਬੰਧ ਸਥਾਪਿਤ ਕਰਦਾ ਹੈ, ਉਸ ਮਨੁੱਖ ਦੀ ਜਿਹੜੀ ਭੁੱਖ ਹੈ ਉਹ ਖਤਮ ਹੋ ਜਾਂਦੀ। ਹਾਂ, ਉਹ ਤਾਂ ਭੁੱਖ ਨਹੀਂ ਜੋ ਖਤਮ ਹੋਣੀ। ਆਤਮਾ ਦੇ ਨਾਲ ਜਦੋਂ ਸਾਡਾ ਸੰਪਰਕ ਜੁੜ ਜਾਂਦਾ ਹੈ ਨਾ, ਤੇ ਮਨ ਜਿਹੜਾ ਅਕਿਰਿਆ ਅਵਸਥਾ 'ਚ ਚੱਲ ਜਾਂਦਾ ਹੈ। ਇਹ ਤੇ ਫਿਰ ਉਸ ਤੋਂ ਬਾਅਦ ਫਿਰ ਉਹਨੂੰ ਕੋਈ ਇਨਸਾਨ ਨੂੰ ਫਰਕ ਨਹੀਂ ਪੈਂਦਾ। ਉਹ ਰਾਜੇ ਜਨਕ ਵਾਂਗੂ ਭਾਵੇਂ ਉਹ ਕੋਲ ਰਾਜ ਭਾਗ ਹੈ ਜਾਂ ਨਹੀਂ ਹੈ, ਕਿਉਂਕਿ ਅੰਦਰ ਦੀ ਭੁੱਖ ਖਤਮ ਹੋ ਗਈ ਹੈ। ਪਦਾਰਥਾਂ ਦੇ ਵਿੱਚ ਜਿਹੜੀ ਆ ਉਹ ਜਿਹਦੀ ਸੁਰਤੀ ਸਾਡੀ ਗਤੀ ਕਰਦੀ ਹੈ, ਪਰ ਮਨ ਜਿਹੜਾ ਪਦਾਰਥਾਂ ਦੇ ਵਿੱਚ ਭੱਜੀ ਜਾਂਦਾ, ਰੁਕਦਾ ਨਹੀਂ। ਮਨ ਜਦੋਂ ਆਤਮਾ ਤੱਤ ਕੋਲ ਜਾਂਦਾ ਹੈ, ਉਸ ਤੋਂ ਬਾਅਦ ਮਨ ਜਿਹੜਾ ਨਾ ਅਕਿਰਿਆ ਅਵਸਥਾ ਦੇ ਵਿੱਚ ਆ ਜਾਂਦਾ ਹੈ। ਇਹ ਵੀ ਇੱਕ ਗੱਲ ਬਿਲਕੁਲ ਸਹੀ ਹੈ ਕਿ ਭੁੱਖ ਦਾ ਮਿਟ ਜਾਣਾ ਕਹਿਣ ਤੋਂ ਭਾਵ ਕਿ ਜੀਵਨ ਦੇ ਵਿੱਚ ਵਿਰਾਗ ਦਾ ਪ੍ਰਗਟ ਹੋ ਜਾਣਾ। ਵੈਰਾਗ ਦਾ ਮਤਲਬ ਜਿੱਦਾਂ ਮਤਲਬ ਉਹ ਸੰਸਾਰ ਦੇ ਵਿੱਚ ਹੀ ਹੈਗਾ ਹੈ, ਪਰ ਸੰਸਾਰ ਤੋਂ ਉੱਪਰ ਉੱਠ ਗਿਆ ਹੈ। ਹਾਂ, ਉੱਪਰ ਉੱਠਣਾ ਕੀ ਹੈਗਾ ਗੋਰਖੀ ਸਾਹਿਬ? ਸੌਰੀ, ਉੱਪਰ ਉੱਠਣਾ ਇਹ ਹੈਗਾ ਬਈ ਸਵਾਦ ਜਿਹੜੇ ਹੈਗੇ, ਇਹ ਪਦਾਰਥ ਜਿਹੜੇ ਹੈਗੇ, ਚੋਗਾ ਜਿਹੜਾ ਓਨਾ ਕੀ ਲੈਂਦਾ ਹੈ ਜਿੰਨੀ ਕੁ ਪੇਟ ਨੂੰ ਜ਼ਰੂਰਤ ਹੈਗੀ, ਬਸ ਆਇਆ ਉੱਪਰ ਉੱਠਣਾ। ਹਾਂਜੀ, ਉਹ ਨਾ ਤੇ ਉਹ ਨਾ ਕਰਦਾ ਤੇ ਨਾ ਉਹ ਹਾਂ ਕਰਦਾ। ਜ਼ਿਆਦਾ ਵੀ ਆ ਗਿਆ ਤੇ ਮਨਾ ਨਹੀਂ ਆ, ਤੇ ਘੱਟ ਵੀ ਆ ਗਿਆ ਤੇ ਰੌਲਾ ਨਹੀਂ ਹੈ। ਕਿਉਂਕਿ ਨਾ ਉਹ ਖੁਸ਼ੀ 'ਚ ਰੌਲਾ ਪਾਉਂਦਾ ਹੈ, ਨਾ ਉਹ ਗਮੀ ਦੇ ਵਿੱਚ ਉਦਾਸ ਹੁੰਦਾ, ਕਿਉਂਕਿ ਦੋਨਾਂ ਦੇ ਵਿੱਚ ਸਮ ਹੋ ਗਿਆ। ਠੀਕ ਹੈ ਨਜਰ ਸਾਹਿਬ, ਅੱਗੇ ਚੱਲੀਏ। ਹਾਂ, ਅੱਗੇ ਸ਼ਲੋਕ ਆ ਗਿਆ, ਮਹਲਾ ਪੰਜਵਾਂ। ਜਾਚਕ ਮੰਗੈ ਨਿਤ ਨਾਮ, ਸਾਹਿਬ ਕਰੇ ਕਬੂਲ। ਦੇਖੋ, ਦੇਣਾ ਮਾਲਕ ਨੇ ਆ, ਆਪਾਂ ਮੰਗਤੇ ਹੈਗੇ ਆ। ਮਹਾਰਾਜ ਪੰਜਵੀਂ ਪਾਤਸ਼ਾਹੀ ਕਹਿ ਰਹੀ ਆ ਬਈ ਨਿੱਤ ਜਿਹੜੀ ਜਾਚਨਾ ਕਰਨੀ ਆ, ਨਿੱਤ ਬੈਠਣਾ ਹੈ ਸੁਣਨ ਦੇ ਵਿੱਚ, ਆਹੀ ਜਾਚਨਾ ਹੈਗੀ। ਜਾਚਕ ਮੰਗੈ ਨਿਤ ਨਾਮ, ਸਾਹਿਬ ਕਰੇ ਕਬੂਲ। ਉਹ ਸਾਹਿਬ ਮਾਲਕ ਪਰਮਾਤਮਾ ਕਬੂਲ ਕਰਦਾ ਹੈ। ਨਾਨਕ ਪਰਮੇਸ਼ਰ ਜਜਮਾਨ, ਤਿਸੈ ਭੁੱਖ ਨਾ ਮੂਲ। ਜਜਮਾਨ ਕਹਿੰਦੇ ਆ, ਦੇਖੋ ਬਾਹਮਣਾ ਦਾ ਜਜਮਾਨ ਹੁੰਦਾ ਸੀ, ਅਮੀਰ ਲੋਕੀ ਜਜਮਾਨ ਹੁੰਦੇ ਸੀ ਬਾਹਮਣਾ ਦੇ। ਬਸ ਜਜਮਾਨ ਦੇ ਘਰ ਜਾ ਕੇ ਪੂਜਾ ਕਰਨੀ, ਔਰ ਉਹ ਜਜਮਾਨ ਤੋਂ ਜਿਹੜਾ ਹੈਗਾ ਉਹਨੇ ਦੇ ਦੇਣਾ ਉਹਨਾਂ ਨੂੰ, ਬਾਹਮਣਾ ਨੂੰ ਜਿਹੜਾ ਦਾਨ ਕਰ ਦੇਣਾ, ਸਾਰਾ ਕੁਛ, ਕਾਫੀ ਕੁਛ। ਕਹਿੰਦੇ ਜਿਹਦਾ ਪਰਮੇਸ਼ਰ ਜਜਮਾਨ ਹੈਗਾ, ਜਿਹਦਾ ਪਰਮੇਸ਼ਰ ਜਿਹੜਾ ਹੈਗਾ, ਪਰਮੇਸ਼ਰ ਦੀ ਪੂਜਾ ਜਿਹੜਾ ਕਰਦਾ ਹੈ, ਪਰਮੇਸ਼ਰ ਦਾ ਧਿਆਨ ਕਰਦਾ ਹੈ, ਪਰਮੇਸ਼ਰ ਤੋਂ ਮੰਗ ਕਰਦਾ ਹੈ, ਕਹਿੰਦੇ ਤਿਸੈ ਭੁੱਖ ਨਾ ਮੂਲ। ਕਹਿੰਦੇ ਉਹਦੀ ਬਿਲਕੁਲ ਵੀ ਰੱਤੀ ਵੀ ਭੁੱਖ ਨਹੀਂ ਰਹਿ ਜਾਏਗੀ। ਉਹਦੀ ਕੋਈ ਐਸੀ ਡਿਮਾਂਡ ਨਹੀਂ ਰਹੇਗੀ ਜਿਹੜੀ ਪੂਰੀ ਨਾ ਹੋਏ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਫਿਰ ਉਹ ਕਹਿੰਦੇ ਨੇ ਕਿ ਜਿਹੜਾ ਮੰਗਦਾ ਹੈ ਉਹਦਾ ਦੇਖੋ ਉਹਦਾ ਮੰਗਣਾ ਇੱਕ ਦਿਨ ਪ੍ਰਵਾਨ ਹੋ ਜਾਂਦਾ ਹੈ, ਮਨਜ਼ੂਰ ਹੋ ਜਾਂਦਾ ਹੈ। ਨਿਤ ਮੰਗਣਾ ਹੈ, ਸਾਹਿਬ ਕਰੇ ਕਬੂਲ। ਪਰ ਮੰਗਣਾ ਹੈ ਕਿ ਉਹ ਆਪਾਂ ਜਦੋਂ ਪਰਮਾਤਮਾ ਦੇ ਚਰਨਾਂ 'ਚ ਆਪਣੀ ਸੁਰਤੀ ਇਕਾਗਰ ਕਰਕੇ ਉਹਦੇ ਕੋਲ ਉਹਦਾ ਨਾਮ ਹੀ ਤੇ ਮੰਗਦੇ ਆ। ਬਸ। ਦੁਨੀਆ ਦੇ ਵਿੱਚ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਆਪਣੀ ਭਗਤੀ ਹੀ ਦਿੰਦਾ ਹੈ ਬੰਦੇ ਨੂੰ, ਉਹ ਤਾਂ ਕੁਛ ਵੀ ਨਹੀਂ ਦਿੰਦਾ। ਬਾਕੀ ਤੇ ਪ੍ਰਕਿਰਤੀ 'ਚ ਪਿਆ, ਇਹ ਤੇ ਮੰਗਣ ਦੀ ਵੀ ਲੋੜ ਨਹੀਂ, ਇਹ ਤੇ ਪ੍ਰਕਿਰਤੀ 'ਚ ਤੁਹਾਨੂੰ ਮਿਲ ਜਾਣਾ। ਪਰ ਮੇਨ ਜਿਹੜੀ ਚੀਜ਼ ਹੈਗੀ ਆ, ਉਹ ਪ੍ਰਕਿਰਤੀ 'ਚ ਜਿਹੜਾ ਪਿਆ ਨਾ ਗੋਰਖੀ ਸਾਹਿਬ, ਇਹ ਪ੍ਰਕਿਰਤੀ ਦੇ ਵਿੱਚ ਹੀ ਰਹਿਣਾ ਆ। ਬਸ ਧੋਖਾ ਹੀ ਆ, ਆਪਾਂ ਨੇ ਧੋਖਾ ਖਾ ਕੇ ਇਹਨੂੰ ਇਕੱਠਾ ਕਰ ਲੈਣਾ, ਬਾਅਦ 'ਚ ਜਿਹੜਾ ਹੈ ਉਸੇ ਤਰੀਕੇ ਨਾਲ ਇਹਨੇ ਉੱਥੇ ਹੀ ਰਹਿ ਜਾਣਾ, ਆਪਾਂ ਤੁਰ ਜਾਣਾ। ਹਾਂਜੀ ਵੀਰ ਜੀ। ਇਹ ਪ੍ਰਕਿਰਤੀ ਦੇ ਵਿੱਚ ਪੰਜਾਂ ਤੱਤਾਂ ਦਾ ਹੀ ਗਿਆਨ ਹੈ। ਆਤਮਾ ਦਾ ਗਿਆਨ ਪੰਜਾਂ ਤੱਤਾਂ 'ਚ ਨਹੀਂ ਹੈਗਾ। ਆਤਮਾ ਦਾ ਗਿਆਨ ਜਦੋਂ ਹੋਊਗਾ ਤੇ ਪੰਜਾਂ ਦੋਸ਼, ਇਹਦੇ ਗੁਣ ਵੀ ਪਤਾ ਲੱਗ ਜਾਣਗੇ। ਹਾਂਜੀ, ਪੰਜਾਂ ਤੱਤਾਂ ਤੋਂ ਉੱਪਰ ਉੱਠਣਾ ਪਊਗਾ, ਬਸ ਇੰਨੀ ਕੀ ਗੱਲ ਆ। ਜਿਹੜੀਆਂ ਸਾਡੀਆਂ ਇੰਦਰੀਆਂ ਵਾ ਇਹ ਪੰਜਾਂ ਤੱਤਾਂ 'ਚ ਹੀ ਗਤੀ ਕਰਦੀਆਂ। ਸਾਡੇ ਕੋਲ ਗਿਆਨ ਵੀ ਜਿਹੜਾ ਪੰਜਾਂ ਤੱਤਾਂ ਦਾ ਹੀ ਹੈ। ਮਨ ਅਸਲੀ ਗਿਆਨ ਹੈ ਉਹ ਆਤਮਾ ਦਾ। ਮਨ ਵੀ ਪੰਜਾਂ ਤੱਤਾਂ 'ਚ ਹੀ ਘੁੰਮਦਾ ਹੈ। ਕਿਉਂਕਿ ਮਨ ਜਿਹੜਾ ਇੰਦਰੀਆਂ ਦੇ ਰਾਹੀਂ ਗਿਆਨ ਪ੍ਰਾਪਤ ਕਰਦਾ ਹੈ, ਔਰ ਇੰਦਰੀਆਂ ਦਾ ਹੈਡ ਹੈਗਾ। ਬਸ। ਤੇ ਜਾਚਕ ਜਦੋਂ ਮੰਗਦਾ ਹੈ ਤੇ ਫਿਰ ਸਾਹਿਬ ਕਬੂਲ ਕਰ ਦਿੰਦਾ ਹੈ। ਫਿਰ ਉਹ ਕੀ ਕਰਦਾ ਹੈ ਕਿ ਉਹ ਸਾਨੂੰ ਆਤਮ ਗਿਆਨ ਦਿੰਦਾ ਹੈ, ਸਾਡੇ ਜੀਵਨ 'ਚ ਧਰਮ ਲੈ ਕੇ ਆਉਂਦਾ ਹੈ, ਸਾਨੂੰ ਸਹੀ ਤੇ ਗਲਤ ਦਾ ਪਤਾ ਲੱਗਦਾ ਹੈ। ਸਾਨੂੰ ਪਤਾ ਲੱਗਦਾ ਹੈ ਕਿ ਇਹ ਸੰਸਾਰ ਤੇ ਮੈਂ ਕੀ ਕਰਦਾ ਫਿਰਦਾ। ਕੋਈ ਬੇਵਕੂਫੀ ਨਹੀਂ ਕਰਨੀ, ਚੰਗੀ ਤਰ੍ਹਾਂ ਸਾਫ਼ ਸੁਥਰਾ ਜੀਵਨ ਬਤੀਤ ਕਰਨਾ ਹੈ, ਭਗਤੀ ਕਰਨੀ ਹੈ,
ਜੇ ਥੋੜੀ ਬਹੁਤੀ ਮੈਲ ਲੱਗੀ ਵੀ ਆ ਉਸ ਨੂੰ ਦੂਰ ਕਰਨਾ। ਇਹ ਤੇ ਉਦੋਂ ਪਤਾ ਲੱਗੂਗਾ ਜਦੋਂ ਸਾਡੇ ਜੀਵਨ 'ਚ ਧਰਮ ਆਊਗਾ, ਕਿਉਂਕਿ ਜਿੰਨਾ ਚਿਰ ਤੱਕ ਸਾਡੇ ਜੀਵਨ 'ਚ ਧਰਮ ਨਹੀਂ ਹੈ ਸਾਨੂੰ ਪਤਾ ਵੀ ਨਹੀਂ ਕਿਹੜਾ ਕਰਮ ਸਹੀ ਤੇ ਕਿਹੜਾ ਗਲਤ ਹੈ। ਕਿਉਂਕਿ ਅਸੀਂ ਆਪਣੀ ਮਰਜ਼ੀ ਨਾਲ, ਲੋਕਾਂ ਨੇ ਸਾਨੂੰ ਕਹਿ ਦਿੱਤਾ ਦਾਨ ਕਰੋ ਔਰ ਤੁਸੀਂ ਦਾਨ ਕਰ ਦਿੱਤਾ। ਹੁਣ ਤੁਹਾਨੂੰ ਕੀ ਪਤਾ ਦਾਨ ਸਹੀ ਹੈ ਜਾਂ ਗਲਤ ਹੈ? ਕਿਹੜਾ ਦਾਨ ਕਰਤਾ ਤੁਸੀਂ, ਕਿੱਥੇ ਦਾਨ ਕਰਤਾ, ਕਿਹੜੇ ਬੰਦੇ ਨੂੰ ਦੇ ਦਿੱਤਾ? ਇਹ ਗਿਆਨ ਤੁਹਾਨੂੰ ਉਦੋਂ ਹੋਣਾ ਹੈ ਜਦੋਂ ਤੁਹਾਡੇ ਅੰਦਰ ਧਰਮ ਨੇ ਜਨਮ ਲੈਣਾ ਹੈ, ਕਿਉਂਕਿ ਧਰਮ ਨੇ ਸੱਚ ਦੱਸਣਾ ਹੈ। ਆਪਾਂ ਜੋ ਕਰਮ ਕਰ ਰਹੇ ਹਾਂ ਨਾ, ਬਾਣੀ 'ਚ ਇਹ ਵੀ ਕਿਹਾ ਗੁਰੂਆਂ ਨੇ ਕਿ ਮਤਲਬ ਮੇਰੇ ਗੁਣ ਅਵਗੁਣ ਨਾ ਵਿਚਾਰੋ ਕੋਈ। ਹੁਣ ਮੈਂ ਜਿਨ੍ਹਾਂ ਨੂੰ ਗੁਣ ਸਮਝ ਕੇ ਬੈਠਾ, ਕੀ ਤਾਂ ਗੁਣਿਆਂ ਚੀਜ਼ਾਂ ਕੁਝ ਹੋ ਰਿਹਾ। ਨਿੱਜਰ ਸਾਹਿਬ, ਇਹ ਤੇ ਸਾਨੂੰ ਗਿਆਨ ਹੁੰਦਾ ਹੈ ਤੇ ਉਸ ਤੋਂ ਬਾਅਦ ਹੀ ਤਾਂ ਪਤਾ ਲੱਗਦਾ ਕਿ ਅਸਲ 'ਚ ਜੀਵਨ ਕੀ ਹੈ। ਫਿਰ ਤੁਸੀਂ ਕੀ ਕਰੋਗੇ? ਫਿਰ ਸੰਸਾਰ ਦੇ ਉੱਤੇ ਤੁਸੀਂ ਬੜੀ ਚੰਗੀ ਤਰ੍ਹਾਂ ਵਿਚਰ ਸਕਦੇ ਜੋ। ਇਹ ਭਵ ਸਾਗਰ ਤੋਂ ਬੰਦਾ ਉਹਨਾਂ ਚਿਰ ਤੱਕ ਨਹੀਂ ਲੰਘ ਸਕਦਾ ਜਿੰਨਾ ਚਿਰ ਤੱਕ ਉਹਦੇ ਜੀਵਨ 'ਚ ਵਿਰਾਗ ਨਹੀਂ ਆਉਂਦਾ। ਵਿਰਾਗ ਬਹੁਤ ਜ਼ਰੂਰੀ ਹੈ। ਵਿਰਾਗ ਦਾ ਮਤਲਬ ਚੀਜ਼ ਹੈਗੀ ਹੈ, ਹੁਣ ਉਹਦੇ ਨਾਲ ਤੇ ਨਾ ਤੇ ਅਟੈਚ ਹੈ, ਨਾ ਤਾਂ ਅਸੀਂ ਉਸ ਤੋਂ ਭੱਜ ਰਹੇ ਹਾਂ ਤੇ ਨਾ ਉਹਦੇ ਵੱਲ ਭੱਜ ਰਹੇ। ਜੋ ਵੀ ਹੋ ਰਿਹਾ ਸਹਿਜ 'ਚ ਹੋ ਰਿਹਾ। ਜੋ ਵੀ ਚੀਜ਼ ਖਾਣ ਨੂੰ ਮਿਲ ਰਹੀ ਆ ਉਹ ਸਹਿਜ 'ਚ ਚੱਲ ਰਹੀ ਹੈ। ਸੁੱਖ ਵੀ ਹੈਗਾ ਤਾਂ ਕੋਈ ਪ੍ਰੋਬਲਮ ਨਹੀਂ ਹੈ। ਸੁੱਖ, ਰਾਜਾ ਜਨਕ ਰਾਜਾ ਹੈ। ਹੁਣ ਤੁਸੀਂ ਬੈਠੇ ਸੋਚੋ ਕਿ ਰਾਜਾ ਜਨਕ ਹੈ, ਰਾਜਾ ਰਾਜ ਭਾਗ 'ਚ ਬੈਠਾ ਹੈ ਤੇ ਉੱਥੇ ਖਾਣਾ ਨਹੀਂ ਖਾਂਦਾ ਹੋਊਗਾ, ਉਹ ਬੈਡਾਂ ਤੇ ਮਹਿਲਾਂ 'ਚ ਨਹੀਂ ਸੌਂਦਾ ਹੋਊਗਾ, ਉਹ ਕਿਹੜਾ ਪੁੰਜੇ ਸੌਂਦੇ ਆ। ਪਰ ਉਹ ਰਾਜਾ ਜਨਕ ਦੀ ਜਿਹੜੀ ਕਹਾਣੀ ਆ ਉਹ ਬਹੁਤ ਜ਼ਬਰਦਸਤ ਹੈ ਕਿ ਤੇਰਾ ਬਾਹਰਲਾ ਜੀਵਨ ਕੀ ਹੈ ਇਹਦੇ ਨਾਲ ਕੁਝ ਵੀ ਫਰਕ ਨਹੀਂ ਪੈਂਦਾ। ਰਾਜਾ ਜਨਕ ਅੰਦਰੋਂ ਧਾਰਮਿਕ ਹੈ। ਜਿਹੜਾ ਆਪਾਂ ਬਾਹਰੋਂ ਧਾਰਮਿਕ ਦਿਖਾਈ ਦਿੰਦੇ ਆ ਉਹ ਬਹੁਤ ਉੱਪਰ ਹੈ। ਜਦ ਤੱਕ ਆਪਾਂ ਅੰਦਰੋਂ ਗਹਿਰੇ ਤੋਂ ਤਲ ਤੋਂ ਭਗਤ ਨਹੀਂ ਬਣਦੇ, ਆਪਾਂ ਪਰਮਾਤਮਾ ਨੂੰ ਪਿਆਰ ਨਹੀਂ ਕਰਦੇ, ਉਹਨਾਂ ਚਿਰ ਗੱਲ ਨਹੀਂ ਬਣਦੀ। ਹਾਂਜੀ ਨਿੱਜਰ ਸਾਹਿਬ, ਜਦ ਤੱਕ ਗੋਰਖੀ ਸਾਹਿਬ ਸੱਚ ਜਿਹੜਾ ਹੈਗਾ ਆਪਣੇ ਜੀਵਨ ਦੇ ਵਿੱਚ ਸੱਚ ਨਹੀਂ ਲਿਆ ਕੇ ਆਉਂਦੇ ਤੇ ਝੂਠ ਜਿਹੜਾ ਹੈਗਾ ਉਹਦਾ ਪਤਾ ਹੀ ਨਹੀਂ ਚੱਲਦਾ ਆਪਾਂ ਨੂੰ ਵੀ ਆਪਾਂ ਝੂਠ ਦੇ ਵਿੱਚ ਘੁੰਮ ਰਹੇ ਹਾਂ। ਸੱਚ ਜਦ ਤੱਕ ਨਹੀਂ ਆਏਗਾ। ਸੱਚ ਹੈਗਾ ਪਰਮੇਸ਼ਰ, ਸੱਚ ਹੈਗਾ ਭਗਤੀ, ਸੱਚ ਹੈਗਾ ਆਪਣੀ ਆਤਮਾ। ਔਰ ਇਹਦੇ ਵਿੱਚ ਇੱਕ ਚੀਜ਼ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਥੋੜੇ ਤੁਰ ਪਏ ਨਾ, ਥੋੜੇ ਜਿਹੇ ਤੁਰ ਪਏ, ਤੁਹਾਡੀ ਗਤੀ ਸਹੀ ਚੱਲ ਰਹੀ ਹੈ, ਰਾਈਟ ਡਾਇਰੈਕਸ਼ਨ ਨਾਲ ਤੁਸੀਂ ਚੱਲ ਪੈ ਰਹੇ ਤੇ ਯੂ ਵਿਲ ਬੀ ਡਿਫਰੈਂਟ ਪਰਸਨ। ਤੁਸੀਂ ਇੱਕਦਮ ਅਲੱਗ ਪਰਸਨ ਹੋ ਜਾਓਗੇ, ਸੇਮ ਪਰਸਨ ਤੇ ਨਹੀਂ ਰਹੋਗੇ। ਬਿਲਕੁਲ ਬਿਲਕੁਲ। ਤੁਹਾਡੇ ਅੰਦਰ ਇੱਕ ਇਹੀ ਵਿਰਾਗ ਆ ਗਿਆ। ਇਹ ਦੇਖ ਲਓ ਹੁਣ ਤੁਸੀਂ ਜਿਹੜੀ ਵਿਰਾਗ ਦੀ ਗੱਲ ਕਰ ਰਹੇ ਸੀ, ਇੱਥੇ ਵਿਰਾਗ ਆ ਗਿਆ। ਜਦ ਜਿਹੜਾ ਹੈਗਾ ਆਪਾਂ ਨੂੰ ਕੋਈ ਸੱਚ ਜੀਵਨ ਦੇ ਵਿੱਚ ਆਇਆ ਤੇ ਮਾਇਆ ਤੋਂ ਵਿਰਾਗ ਆਪਣੇ ਆਪ ਆ ਜਾਣਾ, ਕੱਚ ਤੋਂ ਵਿਰਾਗ ਆਪਣੇ ਆਪ ਆ ਜਾਣਾ। ਹਾਂ, ਬੜਾ ਗਹਿਰੇ ਤਲ ਤੋਂ ਹੋਊਗਾ, ਕੋਈ ਬਾਹਰੋਂ ਨਕਲੀ ਧਾਰਿਆ ਹੋਇਆ ਭੇਸ ਨਹੀਂ ਹੋਵੇਗਾ, ਉਹ ਤੁਹਾਡੇ ਅੰਦਰ ਹੈ। ਔਰ ਉਹ ਵਿਰਾਗ ਦਾ ਤੁਹਾਨੂੰ ਹੀ ਪਤਾ ਹੈ, ਹੋਰ ਕਿਸੇ ਨੂੰ ਨਹੀਂ ਪਤਾ। ਕਿਤੇ ਆ ਨਾ ਸੋਚ ਲਿਓ ਕਿ ਇੱਥੇ ਜਿਹੜਾ ਬਾਬੇ ਨੇ ਪੈਸੇ ਨੂੰ ਹੱਥ ਨਹੀਂ ਲਾਇਆ ਤੇ ਕਹਿੰਦਾ ਮੈਂ ਹੁਣ ਪੈਸੇ ਨੂੰ ਹੱਥ ਨਹੀਂ ਲਾਉਣਾ, ਮਾਇਆ ਨੂੰ ਹੱਥ ਨਹੀਂ ਲਾਉਣੇ। ਉਹ ਠੀਕ ਆ, ਉਹ ਉਹਨਾਂ ਦੀ ਮਰਜ਼ੀ ਆ। ਪਰ ਏਦਾਂ ਪੈਸੇ ਨਾਲ ਜੇਕਰ ਹੱਥ ਲਾਤਾ ਜਾਂ ਨਹੀਂ ਲਾਇਆ, ਉਹ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਭਾਵੇਂ ਤੁਸੀਂ ਜਿੱਦਾਂ ਦਾ ਮਰਜ਼ੀ ਜੀਵਨ ਬਤੀਤ ਕਰ ਰਹੇ ਜੋ। ਧਰਮ ਜਿਹੜਾ ਹੈ ਬਹੁਤ ਪਾਵਰਫੁਲ ਚੀਜ਼ ਹੈ। ਔਰ ਧਰਮ ਦਾ ਮਤਲਬ ਜੋ ਪ੍ਰਕਿਰਤੀ ਦਾ ਨਿਯਮ ਹੈ, ਜੋ ਬਿਲਕੁਲ ਅਨੁਸ਼ਾਸਨ 'ਚ ਚੱਲਣਾ ਹੈ, ਆਪਾਂ ਆਪਣੇ ਮਾਰਗ ਤੋਂ ਭਟਕਣਾ ਨਹੀਂ, ਉਹੀ ਧਰਮ ਹੈ। ਜਿੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮਤਲਬ ਪਹਿਚਾਨ ਹੋ ਜਾਂਦੀ ਹੈ ਕਿ ਇਹ ਜਿਹੜੇ ਉਗਣੇ ਆ ਫਲਾਣੇ ਆਇਡੈਂਟੀਫਾਈ ਹੋ ਜਾਂਦੇ ਬੰਦੇ ਨੂੰ, ਔਰ ਫਿਰ ਬੰਦਾ ਉਸ ਤੋਂ ਆਪਣੇ ਆਪ ਨੂੰ ਬਚਾ ਲੈਂਦਾ। ਨਹੀਂ ਬਚਦਾ ਹੈ ਤਾਂ ਭਗਤੀ ਕਰੋ, ਆਟੋਮੈਟਿਕਲੀ ਕੰਮ ਹੋ ਜਾਏਗਾ। ਹਾਂਜੀ ਨਿੱਜਰ ਸਾਹਿਬ। ਹਾਂ, ਕਹਿੰਦੇ ਤਾਂ ਬਾਬਾ ਜੀ ਜਿਹੜੇ ਹੈਗੇ ਮਾਇਆ ਨੂੰ ਹੱਥ ਨਹੀਂ ਲਾਉਂਦੇ ਭਾਈ, ਤੇ ਕਹਿੰਦੇ ਈ ਟ੍ਰਾਂਸਫਰ ਕਰ ਦੋ, ਲਾਉਣ ਦੀ ਲੋੜ ਹੀ ਨਹੀਂ ਪੈਣੀ, ਮਾਇਆ ਨੂੰ ਹੱਥ ਲਾਉਣ ਦੀ ਕੀ ਲੋੜ ਪੈਣੀ ਹੈ। ਆਹੋ, ਤੁਸੀਂ ਹੁਣ ਵੇਖ ਲਓ ਪੰਜਾਬ ਦੇ ਵਿੱਚ ਕਈ ਏਦਾਂ ਦੇ ਗੁਰਦੁਆਰੇ ਉਹ ਚੜਾਵਾ ਨਹੀਂ ਲੈਂਦੇ। ਉਹ ਤੁਹਾਨੂੰ ਕਹਿਣਗੇ ਕਿ ਸਾਨੂੰ ਇੱਥੇ ਚੜਾਵਾ ਨਹੀਂ ਚੜਾਉਣਾ। ਉਹ ਸੋਚਦੇ ਕਿ ਤੁਹਾਡੇ 1000, 1500, 2000 ਨੂੰ ਕੀ ਕਰਨਾ ਉਹਨਾਂ ਨੇ। ਉਹ ਗੁਪਤ ਰੂਪ 'ਚ ਗਿਆ ਧਨ ਆ ਜਾਂਦਾ ਵਾਧੂ, ਬਿਲਕੁਲ ਮੋਟੀਆਂ ਰਕਮਾਂ। ਉਹਨਾਂ ਨੇ ਸੰਗਤਾਂ ਨੂੰ ਕਿਹਾ ਵੀ ਕਿੱਦਾਂ ਕਰੋ, ਸਾਨੂੰ ਡਾਇਰੈਕਟ ਪਾ ਦਿਆ ਕਰੋ, ਕਿਉਂਕਿ ਜਿੱਥੇ ਲਵਾਂਗੇ ਦਾਨ ਤੇ ਕੱਲ ਨੂੰ ਕਿਤੇ SGPC ਵਾਲੇ ਕਬਜ਼ਾ ਨਾ ਕਰਨ ਆ ਜਾਣ। ਬਿਲਕੁਲ। ਇਹ ਬੜਾ ਹੁੰਦਾ ਨਾ, ਬੰਦਾ ਸੋਚਦਾ ਜਿਵੇਂ ਜਿਵੇਂ ਬੰਦਾ ਅੱਗੇ ਵੱਧਦਾ ਨਾ ਤਿਵੇਂ ਬੰਦਾ ਚਲਾਕ ਹੋ ਜਾਂਦਾ, ਬਹੁਤ ਚਲਾਕ ਹੋ ਜਾਂਦਾ। ਹਾਂਜੀ ਨਿਜਰ ਸਾਹਿਬ। ਹੁਣ ਜਿਹੜਾ ਹੈਗਾ, ਹੁਣ ਮਹਾਰਾਜ ਅੱਗੇ ਪੌੜੀ ਆਈ, ਆਖਰੀ ਪੌੜੀ ਹੈ ਗੁਰਕੀ ਸਾਹਿਬ। ਇਹਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਸਾਰਾ ਦਾ ਸਾਰਾ ਜਿਹੜਾ ਹੈਗਾ ਐਕਸ਼ਨ ਜਿਹੜੀ ਹੈਗੇ ਆ ਉਹ ਸਾਰੀ ਦੀ ਸਾਰੀ ਦੱਸਣੀ ਆ, ਔਰ ਪ੍ਰੋਸੈਸ ਦੱਸਣੀ ਆ, ਪ੍ਰੋਗਰੈਸ ਦੱਸਣੀ ਆ, ਕਿਸ ਤਰੀਕੇ ਦੇ ਨਾਲ ਇਹ ਸਾਰਾ ਹੁੰਦਾ ਹੈ। ਉਹ ਪੌੜੀ ਹੈ। ਪੌੜੀ
ਮਨ ਰੱਤਾ ਗੋਬਿੰਦ ਸਿਉ ਗੋਬਿੰਦ ਸੰਗ ਸੱਚ ਭੋਜਨ ਜੋੜੇ। ਦੇਖੋ ਕਹਿੰਦੇ ਮਨ ਲਗਾ ਕੇ ਭਗਤੀ ਹੋਣੀ ਹੈ ਔਰ ਪਰਮੇਸ਼ਰ ਦੇ ਨਾਲ, ਆਤਮਾ ਦੇ ਨਾਲ ਰਤਨਾ ਹੈ, ਆਤਮਾ ਦੇ ਨਾਲ ਤਾਂ ਜਿਹੜਾ ਹੈਗਾ ਸੱਚਾ ਭੋਜਨ ਜੁੜਦਾ ਹੈ ਭਾਈ, ਤਾਂ ਜਾ ਕੇ ਅੰਮ੍ਰਿਤ ਰਸ ਨਾਮ ਪਦਾਰਥ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਆ। ਮਨ ਰੱਤਾ ਗੋਬਿੰਦ ਸੰਗੇ ਸੱਚ ਭੋਜਨ ਜੋੜੇ, ਪ੍ਰੀਤ ਲਗੀ ਹਰ ਨਾਮ ਸਿਉ ਇਹ ਹਸਤੀ ਘੋੜੇ। ਕਹਿੰਦੇ ਇਸ ਭਗਤੀ ਨੂੰ, ਪਰਮੇਸ਼ਰ ਦੇ ਨਾਮ ਨੂੰ ਤੇਰੀ ਪ੍ਰੀਤ ਲੱਗ ਗਈ, ਤੈਨੂੰ ਪਤਾ ਲੱਗ ਗਿਆ ਭਾਈ ਅਸਲੀ ਚੀਜ਼, ਸਭ ਤੋਂ ਕੀਮਤੀ ਚੀਜ਼ ਤਾਂ ਆ ਪਈ ਸੀ ਇੱਥੇ, ਮੈਂ ਤਾਂ ਐਵੇਂ ਹੀ ਜਿਹੜਾ ਹੈਗਾ ਖੇ ਖਾਈ ਜਾ ਰਿਹਾ ਸੀਗਾ। ਪ੍ਰੀਤ ਲਗੀ ਹਰ ਨਾਮ ਸਿਉ ਇਹ ਹਸਤੀ ਘੋੜੇ। ਹਸਤੀ ਘੋੜੇ ਕੀ ਹੁੰਦੇ ਸੀ ਪਹਿਲਾਂ? ਇਹਨਾਂ ਤੇ ਯਾਤਰਾ ਕਰਦੇ ਸੀ। ਕਹਿੰਦੇ ਆ ਤੇਰੀ ਪਿਆਰ ਪੈ ਗਿਆ ਪਰਮਾਤਮਾ ਦੇ ਨਾਲ, ਨਾਮ ਦੇ ਨਾਲ ਪਿਆਰ ਪੈ ਗਿਆ, ਬਸ ਆ ਤੇਰੇ ਹਾਥੀ ਘੋੜੇ ਆ ਗਏ। ਹੁਣ ਤੇਰੀ ਸੁਰਤ ਜਿਹੜੀ ਚੱਲ ਪਈ ਉਸ ਪਾਸੇ ਤੇ। ਰਾਜ ਮਿਲਖ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ। ਬਸ ਕਹਿੰਦੇ ਹੁਣ ਜਿਹੜਾ ਮੁਖ ਨਹੀਂ ਮੋੜਦਾ ਇਸ ਕੰਮ ਚੋਂ, ਕਹਿੰਦੇ ਉਹਨੂੰ ਤਾਂ ਰਾਜਾ ਮਿਲਕੀਅਤ ਖੁਸ਼ੀਆਂ ਘਣੀ ਆ ਜਾਣਗੀਆਂ ਉਹਦੇ ਜੀਵਨ ਦੇ ਵਿੱਚ। ਰਾਜ ਮਿਲਕ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ। ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਆ ਢਾਡੀ ਬਣ ਕੇ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਤੋਂ ਮੰਗ ਕਰਨੀ ਹੈ। ਆਪਣਾ ਸਵਾਰਥ ਹੈ ਇਹਦੇ ਵਿੱਚ, ਮਾਲਕ ਤੋਂ ਨਾਮ ਮੰਗਣਾ ਹੈ, ਮਾਲਕ ਤੋਂ ਅੰਮ੍ਰਿਤ ਮੰਗਣਾ ਹੈ, ਮਾਲਕ ਤੋਂ। ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਦਰ ਕਦੀ ਵੀ ਨਾ ਛੱਡੇ ਪਾਏ, ਇਹਨੂੰ ਕਦੀ ਵੀ ਅਵੇਸਲਾ ਨਾ ਹੋਏ ਇਸ ਕੰਮ ਤੋਂ। ਨਾਨਕ ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੇ। ਕਹਿੰਦੇ ਮਨ ਦੇ ਵਿੱਚ ਔਰ ਤਨ ਦੇ ਵਿੱਚ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਸਾਰਿਆਂ ਦਾ ਚਾਅ ਹੈਗਾ, ਨਿੱਤ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਨੂੰ ਲੋੜਦੀਆਂ ਹੈ ਪਾਏ, ਔਰ ਇੱਕ ਦਿਨ ਮਾਲਕ ਪਰਮਾਤਮਾ ਹੀ ਬਣ ਜਾਂਦੀਆਂ ਹੈ, ਉਹਦਾ ਹੀ ਰੂਪ ਹੋ ਜਾਂਦੀਆਂ ਹੈ, ਉਹ ਅਭਿਆਸੀ ਉਹਦਾ ਹੀ ਰੂਪ ਹੋ ਜਾਂਦਾ ਹੈ। 21 ਪੌੜੀਆਂ ਇਹ ਪਹਿਲੀ ਵਾਰ ਸੀਗੀ, ਇਹਦੇ ਵਿੱਚ 1 ਨੰਬਰ ਪਾਇਆ। ਫਿਰ ਇਸ ਤੋਂ ਬਾਅਦ ਲਿਖਿਆ ਸ਼ੁੱਧ ਕੀਚੈ। ਕਹਿੰਦੇ ਇਹਨੂੰ ਸ਼ੁੱਧ ਕਰ ਲੈਣਾ। ਇਸ ਤੋਂ ਬਾਅਦ ਸ਼ੁੱਧ ਹੋਇਆ ਤਾਂ ਇਹ ਬਾਣੀ ਜਿਹੜੀ ਹੈਗੀ ਇਹ ਦਰਜ ਹੋਈ ਆ ਇਸ ਤਰੀਕੇ ਦੇ ਨਾਲ ਭਾਈ, ਇਹ ਬਾਣੀ ਬਚੀ ਹੋਈ ਆ। ਤੇ ਹਾਂਜੀ ਗੋਰਖ ਸਾਹਿਬ। ਹਾਂਜੀ ਠੀਕ ਹੈ ਜੀ। ਇੱਥੇ ਉਹ ਕਹਿ ਰਹੇ ਨੇ ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ। ਤੇ ਹੁਣ ਇਹ ਭੋਜਨ ਤੇ ਸੱਚ ਦੀ ਗੱਲ ਕੀਤੀ ਹੈ। ਸੱਚ ਰੂਪੀ ਭੋਜਨ, ਬਿਲਕੁਲ ਸੱਚ ਰੂਪੀ ਭੋਜਨ, ਇਹੀ ਹੈ ਭੋਜਨ ਭਾਈ। ਹਾਂਜੀ ਵੀਰ ਜੀ। ਹਾਂ, ਤੇ ਕਹਿੰਦੇ ਕਿ ਮਨ ਰੱਤੇ ਦਾ ਮਤਲਬ ਜਿੱਦਾਂ ਰੰਗ ਚੜ ਜਾਂਦਾ, ਕੋਈ ਚੀਜ਼ ਰੱਤੀ ਗਈ। ਇਹਦੇ ਨਾਲ ਗੋਬਿੰਦ ਦਾ ਮਤਲਬ ਪ੍ਰਮਾਤਮਾ, ਕਿਸੇ ਬੰਦੇ ਦੀ ਗੱਲ ਨਹੀਂ ਕੀਤੀ, ਕਿਸੇ ਬੰਦੇ ਦੇ ਨਾਲ ਮੇਰਾ ਮਨ ਜਿਹੜਾ ਰੱਤਿਆ ਗਿਆ। ਕਹਿੰਦੇ ਨਹੀਂ, ਜਦੋਂ ਤੁਸੀਂ ਆਤਮਾ ਚ ਲੀਨ ਹੋ ਗਏ, ਆਤਮਾ ਨੂੰ ਤੁਸੀਂ ਸਾਖਸ਼ਾਤ ਵੇਖ ਲਿਆ। ਪਾਣੀ ਚ ਕਿਹਾ ਕਿ ਤੁਸੀਂ ਦੇਖਣਾ ਹੈ ਉਹਨੂੰ, ਕੱਲ ਵੀ ਕਿਹਾ ਦ੍ਰਿਸ਼ਟ ਆਇਆ। ਕਿਹੜਾ ਦ੍ਰਿਸ਼ਟ ਆਇਆ? ਅਗੋਚਰ, ਅਗੰਮ, ਜਿਹਨੂੰ ਇੰਦਰੀਆਂ ਨਾਲ ਨਹੀਂ ਦੇਖਿਆ ਜਾ ਸਕਦਾ। ਫਿਰ ਉਹਨੂੰ ਦੇਖਣ ਦਾ ਤਰੀਕਾ ਕੀ ਹੈ? ਤੁਹਾਡੇ ਅੰਦਰ ਇੱਕ ਤੀਜਾ ਨੇਤਰ ਹੈ, ਉਸ ਦੇ ਰਾਹੀਂ ਆਪਾਂ ਦੇਖ ਸਕਦੇ ਹਾਂ ਉਸ ਪਰਮਾਤਮਾ। ਔਰ ਜਦੋਂ ਆਪਾਂ ਦੇਖ ਲੈਂਦੇ ਹਾਂ ਤੇ ਫਿਰ ਉਹ ਰੱਤਿਆ ਜਾਂਦਾ, ਉਹਦਾ ਪ੍ਰਭਾਵ ਸਾਡੇ ਜੀਵਨ ਚ ਆ ਜਾਂਦਾ ਹੈ। ਤੇ ਸਭ ਤੋਂ ਪਹਿਲਾਂ ਕੀ ਨਿਸ਼ਾਨੀ ਹੈ? ਅੱਜ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ। ਉੱਥੇ ਮੈਂ ਨਾ ਫਰੂਟ ਲੈਣ ਗਿਆ ਤੇ ਮਤਲਬ ਕਹਿੰਦਾ ਕੀ ਰੇਟ ਹੈ? ਮੈਂ ਕੀ ਰੇਟ ਲਾਈ ਅੰਬ? ਇਹ ਕਹਿੰਦਾ ਭਾਈ ਆ ਜਿਹੜੇ 70 ਰੁਪਏ ਕਿਲੋ ਆ। ਮੈਂ ਆ ਕੀ ਰੇਟ ਹੈ? ਕਹਿੰਦਾ 100 ਰੁਪਏ ਕਿਲੋ। ਚਲੋ ਠੀਕ ਹੈ ਜੀ। ਤੇ ਮੈਂ 3 ਕਿਲੋ ਅੰਬ ਦੇ ਦੋ ਦੇ ਦਿੱਤੇ। ਫਿਰ ਠੀਕ ਹੈ, ਮੈਂ ਚੱਲ 1 ਕਿਲੋ ਆ ਵੀ ਦੇ ਦੇ। ਕਹਿੰਦਾ ਇਹ ਨਾ 90 ਰੁਪਏ ਲਾ ਦੂੰਗਾ ਤੁਹਾਨੂੰ, 90 ਲਾ ਦੂੰ। ਠੀਕ ਹੈ, ਮੈਂ ਲੈ ਲਓ। ਲੈ ਲਿਆ ਮੈਂ 90 ਦਾ ਗੱਲ ਕਰ ਲਈ। ਫਿਰ ਮੈਂ ਇਹਨੂੰ 70 ਤੇ 300 ਬਣ ਗਿਆ ਤੇ 90 ਰੁਪਏ ਉਹਦੇ ਬਣ ਗਏ। ਚਲੋ 300 ਦਿੱਤਾ ਉਹਨੂੰ। ਮੈਂ ਉਹਨੂੰ ਕਿਹਾ ਕਿ 90 ਠੀਕ ਹੈ ਦੇ ਦਾਂ, ਕੋਈ ਗੱਲ ਨਹੀਂ। ਕਹਿੰਦਾ ਠੀਕ ਹੈ ਭਾਈ ਕੋਈ ਗੱਲ। ਮੈਂ ਉਹਨੂੰ ਫਿਰ 10 ਰੁਪਏ ਦੇ ਗਿਆ। ਕਿਉਂ ਦਿੱਤਾ? ਗੱਲ ਦੱਸਦੀ ਨਹੀਂ ਸੀ। ਉਹ 10 ਰੁਪਇਆ ਉਹਨੇ ਘੱਟ ਕਰ ਲਿਆ। 10 ਨਾਲ ਆਪਾਂ ਤੇ ਅਮੀਰ ਨਹੀਂ ਹੋ ਜਾਣਾ, ਪਰ ਉਹਨੂੰ ਮੈਂ 10 ਦੇ ਕੇ ਆਇਆ ਵਾਂ, 310 ਹੀ ਦਿੱਤੇ ਉਹਨੂੰ। ਪਰ ਉਹਦੀ ਆਤਮਾ ਨੂੰ ਕਿੰਨੀ ਸ਼ਾਂਤੀ ਮਿਲੀ ਨੇਚਰ ਸਾਹਿਬ। ਇਹੋ ਜੀਵਨ ਆ। ਕਿਸੇ ਤੋਂ 5-10 ਰੁਪਏ ਆਪਾਂ
ਘੱਟ ਕਰ ਲੈਂਦੇ ਆ, ਕੋਈ ਪ੍ਰੋਬਲਮ ਨਹੀਂ ਆ। ਮੈਂ ਨਹੀਂ ਕਹਿੰਦਾ ਘੱਟ ਨਹੀਂ ਕਰਨੇ ਚਾਹੀਦੇ, ਜਿੱਥੇ ਜ਼ਰੂਰਤ ਹੈ ਕਰੋ। ਪਰ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਮਿਹਨਤ ਕਰ ਰਿਹਾ, ਜੇ 5-7 ਤੁਹਾਡੇ ਵੱਧ ਵੀ ਜਾਣਦੇ ਤੇ ਨਿੱਜਰ ਸਾਹਿਬ ਕੋਈ ਪਾਪ ਨਹੀਂ ਹੈਗਾ। ਬਿਲਕੁਲ। ਉੱਥੇ ਤੁਹਾਨੂੰ ਕੀ ਹੋਊਗਾ ਕਿ ਤੁਹਾਨੂੰ ਚੰਗਾ ਲੱਗੂਗਾ। ਔਰ ਜਿਹੜੀ ਸਬਜ਼ੀ ਜਿਹੜਾ ਫਰੂਟ ਤੁਸੀਂ ਘਰੇ ਵੀ ਲੈ ਕੇ ਆਓਗੇ ਨਾ, ਉਹ ਤੁਹਾਨੂੰ ਜ਼ਿਆਦਾ ਮਤਲਬ ਸ਼ਕਤੀ ਦਊਗਾ, ਕਿਉਂਕਿ ਉਸ ਬੰਦੇ ਨੇ ਇਕੱਲਾ ਫਰੂਟ ਨਹੀਂ ਵੇਚਿਆ, ਉਸਨੇ ਚੰਗੀ ਵਾਈਬ੍ਰੇਸ਼ਨ ਵੀ ਨਾਲ ਦਿੱਤੀ ਹੈ। ਬਿਲਕੁਲ। ਤੇ ਜਦੋਂ ਉਹਦੇ ਨਾਲ ਆਪਾਂ ਬਾਰਗੇਨਿੰਗ ਕਰਕੇ ਉਹਦੇ ਨਾਲ ਆਪਾਂ ਉਹਨੂੰ ਥੱਲੇ ਲੈ ਆਉਂਦੇ ਹਾਂ। ਲਿਆਉਣ ਦੀ ਗੱਲ ਤੇ ਉਹੀ ਆ ਕਿ ਉਹ ਬੰਦਾ ਮਜਬੂਰ ਹੈ। ਹੁਣ ਦੁਪਹਿਰ ਦਾ ਟਾਈਮ ਹੈ, ਅਗਲੇ ਨੇ ਸੋਚਣਾ ਕਿ ਮੈਂ ਮਤਲਬ ਕਿਸ ਤਰੀਕੇ ਨਾਲ ਜਾਣ, ਜਿੰਨਾ ਵੀ ਥੋੜਾ ਬਹੁਤ ਆ ਰਿਹਾ ਹੈ ਉਹਨੇ ਵਿਚਾਰੇ ਨੇ, ਗਰੀਬ ਨੇ ਉਹਨੇ ਤੇ ਥੋੜੇ ਬਹੁਤ ਪ੍ਰੋਫਿਟ ਤੇ ਹੀ ਦੇ ਦੇਣਾ ਉਹਨੇ। ਹਾਂ, ਪਰ ਮੈਂ ਇਹ ਕਹਿਣਾ ਕਿ ਇਹ ਚੀਜ਼ਾਂ ਜਿਹੜੀਆਂ ਨਾ ਬੜੀਆਂ ਮੈਟਰ ਕਰਦੀਆਂ। ਦੇਖੋ ਅਗਲੇ ਬੰਦਾ, ਜੇ ਧਰਮ ਦਾ ਮਤਲਬ ਇਹੋ ਹੀ ਆ, ਬਾਣੀ ਚ ਆਹ ਧਰਮ ਤੇ ਕਹਿਤਾ, ਸੱਚ ਦਾ ਕਹਿਤਾ, ਭੋਜਨ ਕਰੋ। ਸੱਚ ਕਿੱਥੇ ਹੋਰ ਕੋਈ ਸੱਚ ਵੱਖਰਾ ਥੋੜੀ ਹੈਗਾ। ਹੁਣ ਉਸ ਬੰਦੇ ਕੋਲੋਂ ਮੈਂ ਉਹ ਚੰਗੀ ਵਾਈਬ੍ਰੇਸ਼ਨ ਲੈ ਕੇ ਆਇਆ, ਔਰ ਉਹ ਇੱਥੇ ਕਥਾ ਚ ਵੀ ਲੈਣ ਆ ਗਈ, ਹਨਾ। ਸੱਚ ਕਿੱਥੇ ਹੋਰ, ਇਹੋ ਹੀ ਆ ਸੱਚ। ਔਰ ਸੱਚ ਜਿੱਥੇ ਪ੍ਰਗਟ ਹੁੰਦਾ ਉੱਥੇ ਉਹਨੂੰ ਖਰੀਦੋ। ਉਹਨੂੰ ਖਰੀਦਣ ਦਾ ਮਤਲਬ ਹੈ ਕਿ ਉਹਦੀ ਕੀਮਤ ਹੈ ਥੋੜੀ ਜੀ, ਨਿਜਰ ਸਾਹਿਬ। ਬਿਲਕੁਲ। ਫ੍ਰੀ ਚ ਤੇ ਨਹੀਂ ਮਿਲਦਾ, ਕੋਈ ਛੱਡਣਾ ਪੈਣਾ ਤੁਹਾਨੂੰ। ਗੱਲ ਦੱਸਦੀ ਨਹੀਂ ਹੈਗੀ, ਗੱਲ ਅੰਦਰ ਦੀ ਆ। ਤੁਹਾਡੇ ਅੰਤਰਾਕਰਨ ਨੇ ਉਹ ਚੀਜ਼ ਲੈਣੀ ਨਹੀਂ ਉਹਦੇ ਤੋਂ, ਭਾਵੇਂ 50,000 ਦੇ ਦਿੰਦਾ, ਉਹ ਵੀ ਨਹੀਂ ਲਿਆਉਣਾ ਉਹਨੇ। ਮੈਂ ਤੁਹਾਨੂੰ ਇਸ ਕਰਕੇ ਦੱਸਿਆ ਹੈ ਕਿ ਜਦੋਂ ਤੁਸੀਂ ਸੱਚ ਦੇ ਨਾਲ ਰੱਤੇ ਗਏ ਤੇ ਫਿਰ ਤੁਸੀਂ ਸੱਚ ਦਾ ਹੀ ਭੋਜਨ ਕਰਨਾ ਹੈ। ਤੁਸੀਂ ਦਓਗੇ, ਲਓਗੇ ਨਹੀਂ, ਬੜਾ ਫਰਕ ਪੈ ਜਾਣਾ ਜੀ। ਔਰ ਜੇ ਹਜੇ ਵੀ ਅੰਦਰ ਧਿਆਨ ਹੈ ਲੈਣ ਦਾ, ਇਹਦਾ ਮਤਲਬ ਹੈ ਜੇ ਆਪਾਂ ਰਾਹ ਦੇ ਵਿੱਚ ਹੀ ਆ, ਹਜੇ ਸੱਚ ਨੂੰ ਆਪਾਂ ਮਤਲਬ ਅਜੇ ਰੱਤੇ ਨਹੀਂ ਗਏ। ਇਹ ਨਿਜਰ ਸਾਹਿਬ ਇਹ ਪਰਖ ਹੈਗੀ ਆ। ਪਰਖ ਕਿੱਥੋਂ? ਹੋਰ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਤਰੀਕਾ। ਬਾਣੀ ਤੇ ਕਹਿੰਦੀ ਆ ਕਿ ਜੇ ਤੂੰ ਪਰਮਾਤਮਾ ਦੇ ਵਿੱਚ ਰਤਿਆ ਗਿਆ ਤੇ ਤੇਰੀ ਅੰਦਰ ਦੀ ਭੁੱਖ ਖਤਮ ਹੋਣੀ ਹੈ, ਜ਼ਰੂਰੀ ਹੈ। ਬਿਲਕੁਲ, ਖੁਸ਼ੀ ਆਉਣੀ ਜ਼ਰੂਰੀ ਹੈ ਤੇਰੇ ਅੰਦਰ। ਹਾਂ, ਖੇੜਾ ਕਿੱਥੋਂ ਆਊਗਾ? ਖੇੜਾ ਤੁਹਾਨੂੰ ਲੁਟਾ ਕੇ ਆਉਣਾ ਹੈ, ਦੇ ਕੇ। ਔਰ ਪ੍ਰਕਿਰਤੀ ਤੇ ਵੇਖਣ ਦੀ ਕਿ ਐਸੇ ਬੰਦੇ ਪੈਦਾ ਹੋਣ ਧਰਤੀ ਤੇ ਜਿਹੜੇ ਛੱਡਣ, ਕੁਛ ਛੱਡ ਦੇਣ। ਔਰ ਜਦੋਂ ਤੁਸੀਂ ਛੱਡਣਾ ਸ਼ੁਰੂ ਕੀਤਾ, ਹੁਣ ਕਈ ਬੰਦੇ ਹੁੰਦੇ ਜਿਵੇਂ ਬੁੱਢੇ ਹੋ ਜਾਂਦੇ ਆ ਤੇ ਮਾਇਆ ਤੇ ਗ੍ਰਿਪ ਵੱਧ ਜਾਂਦੀ ਹੈ, ਫਿਰ ਉਦੋਂ ਦਾਨ ਕਰੋ, ਆਪਣੇ ਹੱਥੀਂ ਕਰੋ, ਕਿਸੇ ਨੂੰ ਨਹੀਂ ਦੇਣ ਦੀ ਲੋੜ। ਆਪ ਵੇਖੋ ਜਿੱਥੇ ਲੋੜਵੰਦ ਕੋਈ ਹੈਗਾ ਉਹਨੂੰ ਦਾਨ ਕਰੋ। ਫਿਰ ਵੇਖਿਓ ਹੌਲੀ ਹੌਲੀ ਕਰਕੇ ਉਸ ਜਿਹੜੀ ਪੈਸਾ ਹੈਗਾ ਉਹਦੀ ਪਕੜ ਘੱਟ ਜਾਊਗੀ। ਨਹੀਂ ਛੱਡੋਗੇ ਨਾ ਤੇ ਪਕੜ ਨਹੀਂ ਛੁੱਟਣੀ। ਜਿਵੇਂ ਜਿਵੇਂ ਤੁਸੀਂ ਬੁੱਢੇ ਹੋ ਗਏ ਨਾ, ਇਹਨੇ ਬਹੁਤ ਤੁਹਾਡੀ ਮੁੱਠੀ ਮਜ਼ਬੂਤ ਹੋ ਜਾਣੀ ਨਿਜਰ ਸਾਹਿਬ। ਬਿਲਕੁਲ। ਐਂਡ ਆਫ ਦਾ ਡੇ ਕੀ ਹੈ ਕਿ ਲੋਕ ਕਹਿਣਗੇ ਕਿ ਨਾ ਜੋੜ ਕੇ ਗਿਆ। ਕੌਣ ਜਾਣਦਾ ਕਿਨੇ ਕੀ ਜੋੜਿਆ? ਤੁਹਾਨੂੰ ਪਤਾ ਕਿਨੇ ਕੀ ਜੋੜਿਆ? ਮੈਨੂੰ ਤਾਂ ਨਹੀਂ ਪਤਾ ਨਾ। ਇੱਥੇ ਰਹੀਦਾ, ਇੱਥੇ ਲੋਕ, ਇੱਥੇ ਪਤਾ ਨਹੀਂ ਕਿਨੇ ਕੀ ਹੈ, ਕਿਹਦੇ ਕੋਲ ਕੀ ਹੈ, ਸਾਨੂੰ ਤਾਂ ਪਤਾ ਕੋਈ ਨਹੀਂ। ਤੇ ਜੇਕਰ ਅਸੀਂ ਇਹਨਾਂ ਚੱਕਰਾਂ ਚ ਹੀ ਘੁੰਮਦੇ ਰਹੇ ਤੇ ਬਸ ਉਹ ਜੇ ਤੁਸੀਂ ਜਾਣਾ ਹੈ, ਫਿਰ ਕੀ ਮੈਟਰ ਕਰਦਾ ਹੈ ਕਿ ਤੁਸੀਂ ਕਿਹੜੇ ਅਫਸਰ ਸੀ ਤੇ ਕਿੰਨੇ ਕਰੋੜ ਤੁਹਾਡੇ ਕੋਲ ਸੀ? ਉਹ ਤੇ ਖਤਮ ਕਹਾਣੀ। ਉਹ ਤੇ ਪਾਣੀ ਦੇ ਖਿੱਚੀਆਂ ਲੀਕਾਂ ਨਾ। ਇਹ ਆ ਕਿ ਇਹ ਲੀਕਾਂ ਥੋੜੀਆਂ ਜਿਹੀਆਂ ਕਾਫੀ ਪ੍ਰੈਕਟੀਕਲ ਹੈ, ਦਿਖਦੀਆਂ ਨੇ, ਤੇ ਪਰ ਜ਼ਿਆਦਾਤਰ ਲੋਕ ਇਹਨੂੰ ਇਕੱਠਾ ਕਰ ਲੈਂਦੇ ਆ। ਉਹਨੂੰ ਜ਼ਿਆਦਾ ਨਹੀਂ ਇਕੱਠਾ ਕਰਨਾ, ਉਹਨੂੰ ਅਵੋਇਡ ਕਰਨਾ। ਅੱਜ ਮੈਂ ਹੋਰ ਇੱਕ ਗੱਲ ਪੜ੍ਹ ਰਿਹਾ ਸੀ, ਬਾਣੀ ਦੇ ਨਾਲ ਜੋੜ ਦੇਣਾ। ਮਤਲਬ ਸਹਿਨਸ਼ੀਲਤਾ ਬਾਣੀ ਕਹਿੰਦੀ ਬੜੀ ਜ਼ਰੂਰੀ ਹੈ। ਸਹਿਨਸ਼ੀਲਤਾ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਅੰਦਰ ਕਿਸੇ ਚੀਜ਼ ਨੂੰ ਬਰਦਾਸ਼ਤ ਕਰਨ ਦੀ ਮਿਹਦਾ ਚਾਹੀਦਾ। ਆਪਾਂ ਕਹਿ ਨਹੀਂ ਦੇਈਦਾ ਕਿ ਬਈ ਉਹ ਦੇਸੀ ਘਿਓ ਪੀ ਲੇਗਾ ਤੂੰ? ਉਹ ਕਹਿੰਦਾ ਹਾਂਜੀ ਮੈਂ ਪੀ ਲਾਂਗਾ ਸਰ। ਤੂੰ ਪਹਿਲਾਂ ਪੀਤਾ ਕਦੇ? ਆਪਾਂ ਪੁੱਛਦੇ ਆ ਨਾ, ਤੈਨੂੰ ਤੇਰਾ ਪੇਟ ਨਾ ਖਰਾਬ ਹੋ ਜਾਏ, ਕਿਉਂਕਿ ਇਹਨੂੰ ਹਜਮ ਕਰਨ ਦੇ ਲਈ ਤੇਰਾ ਮਿਹਦਾ ਬੜਾ ਮਜ਼ਬੂਤ ਚਾਹੀਦਾ। ਤੇ ਇਸੇ ਤਰ੍ਹਾਂ ਕਈਆਂ ਦੇ ਵੇਖੋ, ਤੁਹਾਡੇ ਘਰ ਚ ਹੀ ਕੋਈ ਏਦਾਂ ਦੇ ਬੰਦੇ ਹੋਣੇ ਆ, ਪਹਿਲਾਂ ਤੁਸੀਂ ਉਹਨਾਂ ਨੂੰ ਗੱਲਾਂ ਗੁੱਲਾਂ ਕਹਿ ਦਿਓ, ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ, ਇੰਨੇ ਮਜ਼ਬੂਤ ਹੁੰਦੇ। ਸਹਿਨਸ਼ੀਲਤਾ ਬਹੁਤ ਹੈ। ਔਰ ਕਈ ਆ ਤੁਸੀਂ ਮਾੜੀ ਜਿਹੀ ਗੱਲ ਕਹੀ, ਨਾਲ ਹੀ ਉਹਨੇ ਭਾਂਬੜ ਮੱਚ ਜਾਣੇ ਆ, ਔਰ ਉਹਨੇ ਇੱਕ ਦੀਆਂ ਤੁਹਾਨੂੰ 20 ਸੁਣਾ ਦੇਣੀ ਆ। ਬਿਲਕੁਲ। ਇਹ ਬੰਦੇ ਚ ਫਰਕ ਹੈ, ਬੰਦੇ ਦੀ ਕੁਆਲਿਟੀ ਹੁੰਦੀ ਹੈ। ਔਰ ਜਿਹੜੇ ਬੰਦੇ ਦੀ ਕੁਆਲਿਟੀ ਜ਼ਿਆਦਾ ਹੈ, ਉਹ ਚ ਉਨੀ ਬਰਦਾਸ਼ਤ ਕਰਨ ਦੀ ਸ਼ਕਤੀ ਹੈ। ਤੁਸੀਂ ਕਿੰਨਾ ਮਰਜ਼ੀ ਬੋਲ ਲਓ, ਉਹ ਕਾਫੀ ਦੂਰ ਤੱਕ ਬਰਦਾਸ਼ਤ ਕਰ ਸਕਦਾ। ਕਿਉਂ ਕਰ ਸਕਦਾ? ਕਿਉਂਕਿ ਉਹਦਾ ਬਰਤਨ ਕਾਫੀ ਵੱਡਾ ਹੈ। ਔਰ ਬਰਤਨ ਵੱਡਾ ਹੋਣਾ ਬਹੁਤ ਜ਼ਰੂਰੀ। ਬਾਣੀ ਵਿੱਚ ਕਹਿੰਦੀ ਹੈ ਕਿ ਤੇਰੇ ਚ ਸਹਿਨਸ਼ੀਲਤਾ ਬਹੁਤ ਹੋਣੀ ਚਾਹੀਦੀ ਹੈ, ਕਿਉਂਕਿ ਜਪ ਤੇ ਤਪ ਦਾ ਮਤਲਬ ਹੀ ਇਹੋ ਹੀ ਆ। ਤਪ ਦਾ ਮਤਲਬ ਕੀ ਹੈ? ਇੰਦਰੀਆਂ ਨੂੰ ਤਪਾਉਣਾ। ਇਹ ਨਹੀਂ ਕਿ ਮਾੜੀ ਜੀ ਗਰਮੀ ਵੇਖੀ ਤੇ ਰੌਲਾ ਪਾਉਣਾ ਸ਼ੁਰੂ ਕਰਤਾ, ਮਗਰ ਬੱਤੀ ਚਲ ਗਈ ਤੇ ਭਾਦੀ ਬਣ ਗਈ। ਇਹ ਸਭ ਤੁਹਾਡੇ ਮਤਲਬ ਸਹਿਨਸ਼ੀਲਤਾ ਦੀ ਕਮੀ ਹੈ।
ਬਾਜ਼ਾਰ 'ਚ ਗਏ, ਲੋਕਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਿ ਬੜੀ ਭੀੜ ਪੈ ਗਈ ਹੈ, ਬਹੁਤ ਦੁਨੀਆ ਆ ਗਈ, ਪਤਾ ਨਹੀਂ ਕਿੱਥੋਂ ਆ ਗਈ, ਰਾਹ ਨਹੀਂ ਖਾਲੀ। ਮਗਰ ਕਿਸੇ ਨੇ ਹਾਰਨ ਮਾਰਤਾ, ਨਾਲ ਹੀ ਗੁੱਸੇ ਨਾਲ ਪਿੱਛੇ ਵੇਖਣਾ ਸ਼ੁਰੂ ਕਰਤਾ। ਇਹ ਸਾਰੇ ਸਾਡੇ ਅੰਦਰ ਦੀ ਅਵਸਥਾ ਨੂੰ ਪ੍ਰਗਟ ਕਰਦੀਆਂ ਚੀਜ਼ਾਂ। ਸਹਿਨਸ਼ੀਲਤਾ ਬੜੀ ਜ਼ਰੂਰੀ ਹੈ, ਔਰ ਇਹ ਭਗਤੀ ਜਦੋਂ ਕਰੋਗੇ ਤੁਹਾਡੇ ਅੰਦਰ ਗੁਣ ਪ੍ਰਗਟ ਹੋਏਗਾ। ਇਹ ਗੁਣ ਕਾਫੀ ਪਾਵਰਫੁਲ ਹੈ। ਇਹ ਜਦੋਂ ਇਸ ਗੁਣ ਦੇ ਨਾਲ ਤੁਸੀਂ ਜੀਵਨ ਬਤੀਤ ਕਰੋਗੇ ਨਾ, ਤੇ ਜੀਵਨ ਬਹੁਤ ਆਨੰਦਮਈ ਹੋ ਜਾਏਗਾ। ਨਿਜਰ ਸਾਹਿਬ, ਵੇਖਣ ਤੇ ਮਾਮੂਲੀ ਜਿਹਾ ਸ਼ਬਦ ਹੈ ਸਹਿਨਸ਼ੀਲਤਾ। ਸਹਿਨਸ਼ੀਲਤਾ ਦਾ ਮਤਲਬ ਹੈਗੀ ਕਪੈਸਿਟੀ। ਇਹ ਕਪੈਸਿਟੀ ਕੋਈ ਕਿਤਾਬਾਂ ਕਤੂਬਾਂ ਪੜ੍ਹ ਕੇ ਨਹੀਂ ਸਾਡੇ ਅੰਦਰ ਬਣ ਜਾਂਦੀ। ਇਹ ਕਪੈਸਿਟੀ ਜਿਹੜੀ ਆ ਇਹ ਭਗਤੀ ਨਾਲ ਸਾਡੇ ਅੰਦਰ ਬਣਦੀ ਹੈ। ਜਦੋਂ ਬਣਦੀ ਹੈ, ਜਦੋਂ ਅਸੀਂ ਆਤਮਾ ਦੇ ਤੱਤ 'ਚ ਸੰਪਰਕ ਕਰ ਲੈਂਦੇ ਹਾਂ ਨਾ, ਤੇ ਫਿਰ ਸਾਡੇ ਅੰਦਰ ਬਹੁਤ ਕਪੈਸਿਟੀ ਹੈ। ਜਿੱਦਾਂ ਨਦੀ ਦੇ ਵਿੱਚ ਜ਼ਿਆਦਾ ਪਾਣੀ ਪਾਈਏ ਤੇ ਨਦੀ ਜਿਹੜੀ ਆ ਉਹ ਉਛਲ ਡਹਿ ਪੈਂਦੀ ਆ। ਪਰ ਜਦੋਂ ਨਦੀ ਸਮੁੰਦਰ ਨਾਲ ਜੁੜ ਜਾਂਦੀ ਆ ਤੇ ਨਜਰ ਸਾਹਿਬ, ਸਮੁੰਦਰ 'ਚ ਤੇ ਬਹੁਤ ਜ਼ਿਆਦਾ ਪਾਵਰ ਹੈ। ਜਿੰਨੀਆਂ ਮਰਜ਼ੀ ਨਦੀਆਂ ਪੈਣ, ਉਹਦਾ ਲੈਵਲ ਥੋੜੀ ਵੱਧ ਚੱਲਿਆ ਨਜਰ ਸਾਹਿਬ ਨਾ। ਉਹ ਤਾਂ ਕਿੱਡੀਆਂ ਵੱਡੀਆਂ ਨਦੀਆਂ ਨੇ, ਉਹ 'ਚੋਂ ਨਿਕਲਦੀਆਂ ਨੇ, ਉਹ 'ਚ ਵਾਪਸ ਚੱਲ ਜਾਂਦੀਆਂ। ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਮੁੰਦਰ ਦੇ ਅੰਦਰ ਸਹਿਨਸ਼ੀਲਤਾ ਬਹੁਤ ਜ਼ਿਆਦੀ ਹੈ। ਬਹੁਤ ਕੁਝ ਬਰਦਾਸ਼ਤ ਕਰ ਲੈਂਦਾ, ਬਹੁਤ ਕੁਝ, ਕਪੈਸਿਟੀ ਬਹੁਤ ਜ਼ਿਆਦਾ। ਇਸ ਕਰਕੇ ਆਪਣੇ ਅੰਦਰ ਵੀ ਇਹ ਗੁਣ ਲੈ ਕੇ ਆਓ। ਜਿੱਥੇ ਮਹਿਸੂਸ ਹੋ ਗਿਆ ਹੈ ਕਿ ਇੱਥੇ ਮੈਨੂੰ ਚੁੱਪ ਰਹਿਣਾ ਚਾਹੀਦਾ ਹੈ, ਅਗਲਾ ਬੰਦਾ ਉਕਸਾਉਂਦਾ ਪਿਆ, ਲੜਨਾ ਚਾਹੁੰਦਾ ਹੈ, ਤਾਂ ਉੱਥੇ ਸਹਿਨਸ਼ੀਲਤਾ ਲਿਆਓ ਤੇ ਆਪਣੇ ਆਪ ਨੂੰ ਅੰਦਰ ਰੋਕ ਕੇ ਰੱਖੋ। ਜਿੱਦਾਂ ਇਹ ਨਹੀਂ ਕਿ ਸੋਚ ਨੱਪਿਆ ਤੇ ਮੀਟਰ ਘੁੰਮਣ ਡਿਆ ਪਿਆ, ਉਹ ਕੰਮ ਨਹੀਂ ਕਰਨਾ। ਠੀਕ ਹੈ ਜੀ, ਬਿਲਕੁਲ। ਉਹ ਸੋਚ ਨੱਪ ਗਿਆ ਵਾ, ਤੁਸੀਂ ਆਪ ਕੰਟਰੋਲ ਕਰਨਾ ਆਪਣੇ ਆਪ ਨੂੰ ਕਿ ਉਹ ਮੇਰਾ ਕੰਟਰੋਲ ਮੇਰੇ ਹੱਥ 'ਚ ਚਾਹੀਦਾ। ਇਹ ਨਹੀਂ ਕਿ ਅਗਲਾ ਬੰਦਾ ਮਾੜਾ ਮੋਟਾ ਸਾਨੂੰ ਉਕਸਾਉਂਦਾ ਹੈ ਤੇ ਅਸੀਂ ਲੜਨਾ ਸ਼ੁਰੂ ਕਰ ਦਈਏ। ਉਹ ਆਪਣਾ ਕੰਮ ਕਰੇ, ਪਰ ਤੁਸੀਂ ਆਪਣੇ ਸੰਜਮ 'ਚ ਰਹਿਣਾ ਹੈ ਔਰ ਮਰਿਆਦਾ 'ਚ ਰਹਿਣਾ ਹੈ, ਔਰ ਉਸ ਚੀਜ਼ ਨੂੰ ਅਵੋਇਡ ਕਰਨਾ, ਬਰਦਾਸ਼ਤ ਕਰ ਲੈਣਾ। ਬਹੁਤ ਵੱਡੀ ਗੱਲ ਹੈ, ਇਹ ਗੁਣ ਹੈ ਜੀ। ਇਹਦੇ ਕਹਿੰਦੇ ਕਿ ਮਨ ਜਦੋਂ ਹਾਂਜੀ, ਇਹਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਗੁਰਕੀ ਸਾਹਿਬ। ਇਹਦੇ ਵਿੱਚ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਧਨ ਜਿਹੜਾ ਹੈਗਾ ਜਾਇਆ ਹੋਣੋਂ ਬਚ ਜਾਂਦਾ ਹੈ। ਬਸ ਆਹ ਗੱਲ ਹੈ। ਹਾਂ ਨਿੱਜਰ ਸਾਹਿਬ, ਤੁਸੀਂ ਘਰ ਦੇ ਵਿੱਚ ਸਹਿਨਸ਼ੀਲਤਾ ਰੱਖੋ। ਹੁਣ ਮੇਰੇ ਵਰਗੇ ਮੂਰਖ ਨੇ ਕੋ ਮਾੜਾ ਲਫ਼ਜ਼ ਬੋਲ ਦਿੱਤਾ, ਤੁਸੀਂ ਚੁੱਪ ਹੋ ਜਾਓ। ਕੀ ਹੋ ਗਿਆ? ਮੈਨੂੰ ਕਿਹਨੇ ਬੜਾ ਅਵਾਰਡ ਦੇ ਦੇਣਾ ਕਿ ਚਰਨਜੀਤ ਨੇ ਨਿੱਜਰ ਸਾਹਿਬ ਨੂੰ ਮਾੜੀ ਗੱਲ ਕਹਿਤੀ ਤੇ ਬੜਾ ਇਹਨੂੰ ਸਹਾਰ ਪਾਓ ਉਹਦੇ ਗੱਲ 'ਚ। ਨਹੀਂ, ਤੁਸੀਂ ਉਹ ਮੈਨੂੰ ਮੇਰੀ ਬੇਵਕੂਫੀ ਨੂੰ ਇਗਨੋਰ ਕੀਤਾ। ਤੁਸੀਂ ਚਾਹੁੰਦੇ ਘਰ ਦੀ ਸ਼ਾਂਤੀ ਬਣੀ ਰਹੇ। ਇਹ ਤੇ ਪਾਗਲ ਹੋ ਗਿਆ। ਪਾਣੀ ਵੀ ਕਹਿੰਦੀ ਮੂਰਖ ਨਾਲ ਲੁੱਝੀਏ, ਮੂਰਖ ਦੇ ਨਾਲ ਲੁੱਝੀਏ ਨਾ, ਕਿਉਂਕਿ ਘਰ ਦਾ ਇੱਕ ਸਿਸਟਮ ਹੈ, ਘਰ 'ਚ ਸ਼ਾਂਤੀ ਬਣੀ ਪਈ ਆ। ਇਹ ਬੰਦਾ ਇਹ ਘਰ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾ ਹੈ, ਕਿਉਂਕਿ ਘਰ ਦੀ ਔਰਾ ਹੁੰਦੀ ਹੈ। ਤੁਸੀਂ ਔਰਾ ਨੂੰ ਡਿਸਟਰਬ ਕਰੋਗੇ ਤੇ ਘਰ 'ਚ ਜਿਹੜਾ ਮਾਹੌਲ ਖਰਾਬ ਹੋ ਜਾਂਦਾ। ਇਸ ਕਰਕੇ ਕਈ ਵਾਰੀ ਵੇਖਿਆ ਨਹੀਂ, ਕਈ ਸਿਆਣੇ ਬੰਦੇ ਇਗਨੋਰ ਕਰਦੇ, ਛੱਡੋ ਯਾਰ ਇਹਨੂੰ ਇਗਨੋਰ ਮਾਰੋ, ਕੀ ਲੋੜ ਪਈ ਹੈ। ਪਾਣੀ ਵੀ ਕਹਿੰਦੀ ਹੈ ਮੂਰਖ ਨਾਲ ਲੁੱਝੀਏ, ਕੋਈ ਮੂਰਖ ਹੋ ਗਿਆ ਐਵੇਂ ਲੜਾਈ ਨੂੰ ਉਡਿਆਉਂਦਾ ਤੇ ਆਪਾਂ ਕੀ ਕਰਦੇ ਹਾਂ, ਆਪਾਂ ਉਹਨੂੰ ਇਗਨੋਰ ਕਰਦੇ ਹਾਂ। ਜਾਂ ਆ ਗਿਆ ਤਾਂ ਆਪਾਂ ਅੱਗੇ ਪਿੱਛੇ ਹੋ ਜਾਂਦੇ ਹਾਂ, ਛੱਡੋ ਖੜਾ ਯਾਰ, ਜਦ ਤੱਕ ਇਹਦੇ ਦਿਮਾਗ ਤੇ ਭੂਤ ਚੜਿਆ ਇਹਨੇ ਕਿਸੇ ਦੀ ਗੱਲ ਸੁਣਨੀ ਨਹੀਂ ਹੈ। ਇਸ ਤੋਂ ਚੰਗਾ ਅੱਗੇ ਪਿੱਛੇ ਹੋ ਜਾ। ਇਹ ਜੀਵਨ ਆ, ਔਰ ਜਿੰਨਾ ਘਰਾਂ ਦੇ ਵਿੱਚ ਗੁਣ ਹੈਗਾ ਉਹਨਾਂ ਘਰਾਂ 'ਚ ਸ਼ਾਂਤੀ ਰਹਿੰਦੀ ਆ, ਤੇ ਜਿੰਨਾ ਘਰਾਂ ਦੇ ਵਿੱਚ ਗੁਣ ਨਹੀਂ ਆ ਉਹਨਾਂ ਘਰਾਂ ਦੀਆਂ ਲੜਾਈਆਂ ਨਹੀਂ ਜੋ ਖਤਮ ਹੁੰਦੀਆਂ। ਜਿੱਥੇ ਮਰਜ਼ੀ ਚੱਲ ਜਾਓ, ਜਿੱਥੇ ਮਰਜ਼ੀ ਜਾ ਕੇ ਬਹਿ ਜਾਓ, ਤੁਹਾਡੇ ਘਰ ਦਾ ਜਿਹੜਾ ਮਸਲਾ ਹੱਲ ਨਹੀਂ ਹੋਊਗਾ। ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇਸ ਪੁਆਇੰਟ ਤੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਅਬਾਊਟ ਟੋਲਰੈਂਸ, ਕਿ ਜਿਲੇ ਤੁਹਾਨੂੰ ਤੁਸੀਂ ਕੁਛ ਨਾ ਤੇ ਸੈਂਸੀਬਲ ਗੱਲ ਇਹੀ ਆ ਕਿ ਜਿਤਾਉਣ ਦੀ ਕੋਈ ਲੋੜ ਨਹੀਂ ਕਿ ਉਹ ਰੋਂਗ ਆ ਜਾਂ ਰਾਈਟ ਆ। ਚੁੱਪ ਕਰਕੇ ਕਹਿ ਦੋ ਤੁਸੀਂ ਰਾਈਟ ਆ, ਅਸੀਂ ਰੋਂਗ ਆ, ਬਸ ਦੈਟਸ ਇਟ। ਇਹਦੇ ਨਾਲ ਕੀ ਹੁੰਦਾ, ਉਹਦੀ ਵੀ ਐਨਰਜੀ ਬਚ ਜਾਂਦੀ ਤੇ ਤੁਹਾਡੀ ਵੀ। ਸੋ ਇਹ ਜਿਹੜਾ ਮੈਂ ਕਰਦੀ ਹਾਂ ਇਨ ਮਾਈ ਓਨ ਹੋਮ ਐਂਡ ਵਿਦ ਮਾਈ ਫਰੈਂਡਸ ਐਂਡ ਵਿਦ ਮਾਈ ਫੈਮਿਲੀ, ਕਿਉਂਕਿ ਉਹਦੇ ਨਾਲ ਫਿਰ ਮੇਰੀ ਵੀ ਐਨਰਜੀ ਤੇ ਉਹਦੀ ਵੀ ਐਨਰਜੀ, ਦੋਨਾਂ ਦੀ ਐਨਰਜੀ। ਜੇ ਤੁਸੀਂ ਉੱਥੇ ਖੜੇ ਹੋ ਗਏ ਕਿ ਮੈਂ ਪ੍ਰੂਵ ਕਰਨਾ ਕਿ ਤੂੰ ਰੋਂਗ ਹੈ ਜਾਂ ਮੈਂ ਰਾਈਟ ਆ, ਫਿਰ ਗਏ ਬਸ। ਫਿਰ ਤੇ ਉਹਨੇ ਉਹ ਜੇ ਰੋਂਗ ਵੀ ਹੋਇਆ ਤਾਂ ਵੀ ਉਹਨੇ ਝੁਕਣਾ, ਉਹਨੇ ਨਹੀਂ ਝੁਕਣਾ, ਉਹਨੇ ਕਹਿਣਾ ਨਾ 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 ਮੈਂ ਸਹੀ ਹਾਂ, ਕਿਉਂਕਿ ਫਿਰ ਹਉਮੈ ਜੋੜਦੀ ਹੈ ਨਾ ਉਹਨੇ, ਉਹਨੇ ਮੰਨਣਾ। ਬਿਲਕੁਲ ਵੈਰੀ ਗੁੱਡ ਪੁਆਇੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਪਾਲ ਜੀ, ਤੁਸੀਂ ਕੁਛ ਕੀ ਕਹਿਣਾ ਚਾਹੁੰਦੇ ਹੋ? ਅਮਰਪਾਲ ਕੁਛ ਕਹਿਣਾ ਚਾਹੁੰਦੇ ਆ ਜੀ? ਅਮਰਪਾਲ ਜੀ।
ਤੁਹਾਡੀ ਤਾਂ ਮਾਈ ਕੋਈ ਨਹੀਂ ਨਜਰ ਸਾਹਿਬ, ਉਹਨਾਂ ਦਾ ਮਾਈ ਕੋਈ ਗੱਲ ਨਹੀਂ। ਹਾਂ, ਅੱਗੇ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ। ਬਸ ਇਹ ਪ੍ਰੀਤ ਲੱਗ ਗਈ ਨਾ ਤੇ ਯਾਤਰਾ ਸ਼ੁਰੂ ਹੋ ਗਈ ਤੁਹਾਡੀ। ਘੋੜੇ ਹੱਥ 'ਚ ਆ ਗਏ ਭਾਈ, ਤੇਜ਼ੀ ਨਾਲ ਯਾਤਰਾ ਹੋਊਗੀ। ਹਾਥੀ ਵੀ ਆ ਗਿਆ, ਘੋੜੇ ਵੀ ਆ ਗਏ, ਕਾਰਾਂ ਆ ਗਈਆਂ ਸਾਰੀਆਂ। ਹਾਂਜੀ ਵੀਰ ਜੀ। ਹਾਂ, ਜਦੋਂ ਪ੍ਰੀਤ ਲੱਗ ਗਈ ਫਿਰ ਪ੍ਰਮਾਤਮਾ ਦੇ ਨਾਲ, ਜਦੋਂ ਤੁਹਾਡੀ ਪ੍ਰੀਤ ਲੱਗ ਗਈ ਹੈ ਨਾਮ ਦੇ ਨਾਲ, ਤੇ ਫਿਰ ਤੁਹਾਡਾ ਜਿਹੜਾ ਇਹ ਅਧਿਆਤਮਿਕ ਸਫ਼ਰ ਜਿਹੜਾ ਹੈ, ਕਹਿੰਦੇ ਜਿੱਦਾਂ ਘੋੜਿਆਂ ਦੀ ਗਤੀ ਹੁੰਦੀ ਹੈ ਨਾ, ਉਸ ਤਰ੍ਹਾਂ ਉਸ ਗਤੀ ਦੇ ਨਾਲ ਤੁਸੀਂ ਉਧਰ ਗਤੀ ਕਰੋਗੇ, ਚੰਗਿਆਈ ਦੇ ਵੱਲ, ਸੱਚ ਦੇ ਵੱਲ। ਬਹੁਤ ਮਤਲਬ ਤੁਹਾਡੀਆਂ ਸ਼ਕਤੀਆਂ ਵੱਧ ਜਾਣੀਆਂ, ਕਿਉਂਕਿ ਘੋੜੇ ਦੇ ਵਿੱਚ 5 ਬੰਦਿਆਂ ਦੀ ਤਾਕਤ ਹੁੰਦੀ ਹੈ ਇੱਕ ਘੋੜੇ ਦੇ ਅੰਦਰ। ਠੀਕ ਹੈ ਜੀ, ਬਿਲਕੁਲ। ਰਾਜ ਮਿਲਕ ਖੁਸ਼ੀਆਂ ਘਣੀ ਧਿਆਏ ਮੁੱਖ ਨਾ ਮੋੜੇ। ਕਹਿੰਦੇ ਬਸ ਹੁਣ ਪਿੱਛੇ ਨਾ ਹਟੀ ਪਿਆਰਿਆ, ਇਹ ਧਿਆਨ ਸਿਮਰਨ ਜਿਹੜਾ ਹੈਗਾ ਜੀਵਨ ਦੇ ਵਿੱਚ ਇਹਨੂੰ ਚਲਾਈ ਜਾਈ ਤੇ ਆ ਤੇਰੇ ਅੰਦਰ ਖੁਸ਼ੀਆਂ ਤੇ ਰਾਜ ਮਿਲ ਕੇ ਇੰਨਾ ਅਮੀਰੀ ਆ ਜਾਊਗੀ, ਤੇਰੀ ਆਤਮਿਕ ਤਲ ਤੇ ਇੰਨਾ ਅਮੀਰ ਹੋ ਜਾਏਗਾ ਕਿ ਉਹਦੇ ਤੇਰੇ ਵਰਗਾ ਜਿਹੜਾ ਲੱਭਣਾ ਮੁਸ਼ਕਲ ਹੋ ਜਾਏਗਾ। ਹਾਂਜੀ ਵੀਰ ਜੀ। ਹਾਂ, ਤੇ ਫਿਰ ਤੂੰ ਅੰਦਰੋਂ ਬਹੁਤ ਅਮੀਰ ਹੋ ਜਾਏਗਾ। ਜਿੰਨਾ ਚਿਰ ਤੱਕ ਆਪਾਂ ਅੰਦਰੋਂ ਗਰੀਬ ਆ ਤੇ ਸਮਝ ਲਓ ਕਿ ਬਾਹਰ ਭਾਵੇਂ ਤੁਹਾਡੇ ਕੋਲ ਕੁਛ ਵੀ ਆ। ਮੈਂ ਦੱਸਿਆ ਤੁਹਾਨੂੰ ਜਿੱਦਾਂ ਤੁਸੀਂ ਬਰਾਬਰ, ਤੁਹਾਡੀ ਜਿਹੜੀ ਕੜਛੀ ਬਰਾਬਰ ਵੰਡਣ ਡਿਆ ਪਈ ਨਾ ਰੋਟੀ ਪਾਣੀ, ਤਾਂ ਮੈਨੂੰ ਤੁਸੀਂ ਧਨੀ ਹੋ ਗਏ ਜੀ। ਅੰਦਰ ਕੁਛ ਆ ਗਿਆ ਹੈ। ਉਹ ਆਪਣੀ ਕੋਲੀ ਚ ਘੱਟ ਪਾ ਸਕਦਾ, ਵੱਧ ਨਹੀਂ ਉਹ ਪਾ ਸਕਦਾ। ਬਿਲਕੁਲ। ਤੇ ਜਿੱਦਨ ਵੱਧ ਪਾਉਣ ਦੀ ਆਦਤ ਸਮਝ ਲਓ ਕਿ ਲੱਗੀ ਹੋਈ ਆ, ਤੇ ਸਮਝ ਲਓ ਕਿ ਜੇ ਆਪਾਂ ਰਸਤੇ ਚ ਹੀ ਆ, ਜੋ ਗੁਣ ਨਹੀਂ ਹੈ, ਧਨੀ ਨਹੀਂ ਹੋਏ। ਧਨੀ ਦਾ ਮਤਲਬ ਕਿ ਅੰਦਰੋਂ ਗਰੀਬੀ ਖਤਮ ਹੋ ਗਈ ਹੈ, ਭੁੱਖ ਖਤਮ ਹੋ ਗਈ ਹੈ। ਹਾਂਜੀ ਜੀ ਸਾਹਿਬ, ਬਿਲਕੁਲ। ਦਿੱਲੀ ਦੂਰ ਹੈ ਹਾਲੇ, ਮਤਲਬ ਲੱਗੇ ਰਹੋ, ਕਰੀ ਜਾਓ। ਹਾਂ, ਆ ਬਾਣੀ ਤੇ ਉਹ ਕਹਿ ਰਹੀ ਜੋ ਹੈ, ਗੋਬਿੰਦ ਮਿਲੇ ਸੱਚ ਦਾ ਭੋਜਨ ਹੈ। ਜੇ ਜੀਵਨ ਚ ਸੱਚ ਹੀ ਨਹੀਂ ਆ ਤੇ ਫਿਰ ਪ੍ਰੀਤ ਵੀ ਕਿੱਥੋਂ ਦੀ ਪ੍ਰੀਤ ਹੈ, ਫਿਰ ਤੇ ਨਕਲੀ ਪ੍ਰੀਤ ਤੁਹਾਡੀ। ਫਿਰ ਜਦੋਂ ਪਰ ਜੇ ਪ੍ਰੀਤ ਲੱਗ ਗਈ ਆ ਤੇ ਫਿਰ ਕਹਿੰਦੇ ਤੁਹਾਡਾ ਜੀਵਨ ਜਿਹੜਾ ਘੋੜਿਆਂ ਦੀ ਰਫ਼ਤਾਰ ਜਿੱਦਾਂ ਦੀ ਹੁੰਦੀ, ਉਸੇ ਹੀ ਤਰ੍ਹਾਂ ਤੁਹਾਡੇ ਜੀਵਨ ਚ ਅੰਦਰ ਰਫ਼ਤਾਰ ਆਏਗੀ ਉਸ ਦਿਸ਼ਾ ਦੇ ਵੱਲ, ਨਾਮ ਦੇ ਵੱਲ। ਠੀਕ ਹੈ ਜੀ, ਬਿਲਕੁਲ। ਫਿਰ ਅਗਲੇ ਬੰਨੇ ਫਿਰ ਕਹਿੰਦੇ ਰਾਜ ਮਿਲਕ ਖੁਸ਼ੀਆਂ ਘਣੀ ਧਿਆਏ ਮੁੱਖ ਨਾ ਮੋੜੇ। ਬਸ ਹੁਣ ਨਾ ਪਿੱਛੇ ਨਾ ਹਟੇ, ਹੁਣ ਧਿਆਨ ਇਹ ਕੰਮ ਤੋਂ। ਹਾਂਜੀ। ਹਾਂ, ਤੇ ਫਿਰ ਕੀ ਹੋਊਗਾ? ਕਹਿੰਦੇ ਉਹ ਖੁਸ਼ੀਆਂ ਨਾਮ ਕੁਮਾਰੀ ਨਾਨਕਾ ਤੇ ਚੜੀ ਰਹੇ ਦਿਨ ਰਾਤ। ਪਤਾ ਨਹੀਂ ਕਿੱਥੋਂ ਆਈਆਂ ਇੰਨੀਆਂ ਖੁਸ਼ੀਆਂ, ਮਿਲਿਆ ਵੀ ਕੁਛ ਨਹੀਂ। ਇੱਕ ਤਾਂ ਹੁੰਦਾ ਨਿੱਜਰ ਸਾਹਿਬ, ਕੋਈ ਪਦਾਰਥ ਮਿਲ ਗਿਆ ਤੇ ਉਹਦੀ ਖੁਸ਼ੀ। ਆਤਮਾ ਤੱਤ ਮਤਲਬ ਉੱਥੇ ਤੇ ਆਤਮਾ ਤੱਤ ਕੇਵਲ ਸਾਡਾ ਉੱਥੇ ਨਾ ਹੋਣਾ ਹੀ ਤੇ ਖੁਸ਼ੀ ਹੈ। ਸਾਡਾ ਮਿਟ ਜਾਣਾ ਹੀ ਖੁਸ਼ੀ ਹੈ ਨਿੱਜਰ ਸਾਹਿਬ। ਜਦ ਤੱਕ ਮੈਂ ਹੈਗਾ ਤਦ ਤੱਕ ਤੂੰ ਨਹੀਂ ਹੈਗਾ। ਜਦੋਂ ਤੂੰ ਹੈਗਾ ਤੇ ਨਿੱਜਰ ਸਾਹਿਬ ਉਹਦੇ ਸੁੱਖ ਹੈਗਾ। ਗੋਰਖੀ ਸਾਹਿਬ ਦੇਖੋ, ਉਸ ਜਗ੍ਹਾ ਦੇ ਉੱਤੇ ਸਰੀਰ ਜਿਹੜਾ ਹੈਗਾ ਤੁਹਾਡਾ, ਸਰੀਰ ਹੀ ਗਾਇਬ ਹੋ ਗਿਆ ਉਸ ਜਗ੍ਹਾ ਤੇ। ਸਰੀਰ ਦੀ ਖਿੱਚ ਹੀ ਨਹੀਂ ਰਹੀ ਤੇ ਸਾਰੀ ਦੁਨੀਆ ਦੇ ਪਦਾਰਥ ਸਰੀਰ ਚਾਹੀਦਾ, ਸਰੀਰ ਨੂੰ ਚਾਹੀਦੇ ਆ ਭਾਈ। ਮਨ ਨੂੰ, ਆਤਮਾ ਨੂੰ ਥੋੜੀ ਨਾ ਚਾਹੀਦੇ। ਹਾਂ ਨਿੱਜਰ ਸਾਹਿਬ, ਇੱਕ ਚੀਜ਼ ਹੋਰ ਵੀ ਹੈ। ਜੇ ਤੁਹਾਡੀ ਸੁਰਤੀ ਕਾਗਰ ਹੋ ਗਈ ਨਾ, ਤੁਸੀਂ ਹੈਡਲੈਸ ਹੋ ਜਾਣਾ ਵਾ। ਤੁਹਾਨੂੰ ਲੱਗਾ ਨਹੀਂ ਤੁਹਾਡੇ ਸਰੀਰ ਦੇ ਉੱਤੇ ਸਿਰ ਹੈਗਾ, ਕਿਉਂਕਿ ਸਿਰ ਦੇ ਅੰਦਰ ਜਿਹੜਾ ਉਹ ਮਨ ਸੀ ਉਹ ਤੇ ਬ੍ਰਹਮਲੀਨ ਹੋ ਗਿਆ। ਉਹ ਬਾਣੀ ਨਹੀਂ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਮਰਨ ਤੋਂ ਬਾਅਦ ਥੋੜੀ ਗੱਲ ਕਰ ਰਿਹਾ। ਉਹ ਕਹਿੰਦੇ ਜਦੋਂ ਮੈਂ ਵਾਂ ਤੇ ਉਦੋਂ ਮੈਂ ਬਣ ਗਿਆ। ਉਦੋਂ ਫਿਰ ਤੂੰ ਨਹੀਂ ਹੈਗਾ। ਤੇ ਮੈਂ ਮਤਲਬ ਉਦੋਂ ਨਹੀਂ ਹੋਵਾਂਗਾ ਜਦੋਂ ਮੇਰਾ ਸਿਰ ਨਹੀਂ ਹੋਊਗਾ। ਸਿਰ ਨਹੀਂ ਹੋਊਗਾ ਮਤਲਬ ਕਿ ਮੈਂ ਵਿਚਾਰਾਂ ਤੋਂ ਮੁਕਤ ਹੋਵਾਂਗਾ ਤੇ ਉਹ ਫਿਰ ਬ੍ਰਾਹਮੀ ਹੈ। ਬਿਲਕੁਲ। ਕਰਤਾ ਨਹੀਂ ਨਾ ਅੰਦਰ ਸਾਡੇ ਹੈਗਾ। ਠੀਕ ਹੈ ਜੀ, ਅਗਲੇ ਬੰਨੇ ਚੱਲੀਏ। ਕਹਿੰਦੇ ਬਸ ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ। ਕਹਿੰਦੇ ਆ ਭਾਈ ਭਗਤੀ ਮਾਲਕ ਪਰਮਾਤਮਾ ਤੋਂ ਉਹਦੇ ਮੰਗਤਾ ਬਣ ਕੇ ਜਿਹੜਾ ਹੈਗਾ ਇਹ ਦਰ ਨਾ ਛੱਡੇ ਕਦੀ ਵੀ ਪਾਈ। ਜਦ ਤੱਕ ਅੰਦਰ ਜਿਹੜਾ ਹੈਗਾ ਨਾਮ ਪਦਾਰਥੋ ਆਤਮ ਰਸ ਆਤਮ ਦਰਸ਼ਨ ਨਾ ਹੋ ਜਾਣ। ਨਾਨਕ ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੇ। ਨਿਤ ਭਾਈ ਆ ਕੰਮ ਨਿਤਨੇਮ ਆ ਕੰਮ ਰੋਜ਼ ਕਰਨਾ ਹੈ ਭਾਈ। ਇਹ ਆ ਪਰਮਾਤਮਾ ਨੂੰ ਲੋੜਨਾ, ਮਾਲਕ ਦੀ, ਮਾਲਕ ਨੂੰ ਜਿਹੜਾ ਹੈਗਾ ਪੁਕਾਰ ਕਰਨੀ ਬਈ ਤੂੰ ਆ। ਇਹ ਹੈਗਾ ਸੱਚ ਦੇ ਨਾਲ ਜਿਹੜਾ ਆਪਣੇ ਆਪ ਨੂੰ ਸੱਚ ਦੇ ਵਾਸਤੇ ਜਿਹੜਾ ਪ੍ਰਿਪੇਅਰ ਕਰਨਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਫਿਰ ਤੁਸੀਂ ਭਗਤੀ ਕਰਨੀ ਹੈ
ਤੇ ਉਹਦੇ ਦਰ ਤੋਂ ਉਹਦਾ ਨਾਮ ਮੰਗੀ ਜਾਣਾ ਅੱਜ ਨਹੀਂ ਤੇ ਕੱਲ ਨੂੰ ਖੈਰ ਜ਼ਰੂਰ ਪੈ ਜਾਏਗੀ, ਮਿਲ ਜਾਏਗਾ। ਹਾਂ ਠੀਕ ਹੈ ਜੀ। ਉਹ ਕਹਿੰਦੇ ਮੰਗਣਾ ਪੈਣਾ ਜੋ, ਤਦ ਤੱਕ ਮੰਗਣਾ, ਦਰ ਨਹੀਂ ਛੱਡਣਾ ਜਦ ਤੱਕ ਮਿਲ ਨਹੀਂ ਜਾਂਦਾ। ਹਾਂਜੀ ਨਜਰ ਸਾਹਿਬ। ਬਸ ਹੋ ਗਈ ਜੀ, ਇਹ ਪੂਰੀ ਹੋ ਗਈ, ਵਾਰ ਪੂਰੀ ਹੋ ਗਈ। ਇਸ ਤੋਂ ਬਾਅਦ ਆਸਾ ਦੀ ਵਾਰ ਸ਼ੁਰੂ ਹੋਏਗੀ ਜੀ। ਫਿਰ ਪਹਿਲਾਂ ਇੱਕ ਵਾਰੀ ਕੀਤੀ ਸੀ ਆਪਾਂ ਨੇ, ਫਿਰ ਕਰਾਂਗੇ ਆਪਾਂ। ਹਾਂ ਫਿਰ ਕਹਿੰਦੇ ਨਾਨਕ ਮਨ ਤਨ ਚਾਹੋ ਇਹੋ ਨਿਤ ਪ੍ਰਭ ਕੋ ਲੋੜੇ। ਨਿਤ ਆਹੀ ਕੰਮ ਕਰਦਾ ਹੈ, ਪਰਮਾਤਮਾ ਦੀ ਮੰਗ ਕਰਦਾ ਹੈ ਭਾਈ, ਪਰਮਾਤਮਾ ਨੂੰ ਹੀ ਲੋੜਦਾ ਹੈ। ਹਾਂਜੀ ਵੀਰ। ਹਾਂ ਮਨ ਤਨ ਚਾਓ ਜਦੋਂ ਚੜ ਗਿਆ ਫਿਰ ਤੇ ਪਰਮਾਤਮਾ ਦੀ ਹੀ ਉਹ ਮਤਲਬ ਸੁਰਤੀ ਜਿਹੜੀ ਆ ਉਹਦੇ ਵਿੱਚ ਸਾਡੀ ਸਮਾ ਜਾਂਦੀ ਹੈ। ਪਰਮਾਤਮਾ ਦੀ ਹੀ ਸਾਡੇ ਅੰਦਰ ਇੱਕ ਰੀਝ ਰਹਿੰਦੀ ਆ ਕਿ ਪਰਮਾਤਮਾ ਦੇ ਵੱਲ ਹੀ ਜਾਣਾ ਹੈ, ਸੱਚ ਦੇ ਵੱਲ ਜਾਣਾ ਹੀ ਪਰਮਾਤਮਾ ਦੇ ਵੱਲ ਹੈ। ਬਸ ਠੀਕ ਹੈ। ਇੱਕ ਤਾਂਗ ਲੱਗੀ ਰਹਿੰਦੀ ਆ ਪਰਮਾਤਮਾ ਦੀ ਕਿ ਮਤਲਬ ਇਹ ਨਹੀਂ ਕਿ ਤੁਸੀਂ ਕੋਸ਼ਿਸ਼ ਨਹੀਂ ਕਰ ਰਹੇ, ਆਪਣੇ ਆਪ ਤੁਹਾਡੇ ਤੋਂ ਸਭ ਕੁਝ ਹੋਣਾ ਹੈ। ਇੱਕ ਤੇ ਆਪਾਂ ਖੁਦ ਕਰ ਰਹੇ ਹਾਂ ਨਾ, ਉਹ ਕਰਨਾ ਇੱਕ ਅਲੱਗ ਅਵਸਥਾ, ਉਹ ਵੀ ਬਹੁਤ ਵਧੀਆ ਅਵਸਥਾ ਹੈ। ਪਰ ਇੱਕ ਅਵਸਥਾ ਹੈ ਤੁਹਾਡੇ ਤੋਂ ਆਪਣੇ ਆਪ ਹੀ ਕੰਮ ਹੋਣਾ ਹੈ, ਉੱਥੇ ਕੋਈ ਦੂਜਾ ਨਹੀਂ ਹੈਗਾ। ਹੁਣ ਤੁਹਾਨੂੰ ਥੱਲੇ ਸੁੱਟਣਾ ਬਹੁਤ ਔਖਾ ਹੈ, ਕਾਫੀ ਔਖਾ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਇੱਕ ਓਂਕਾਰ ਸਤਨਾਮ ਕਰਤਾ। ਰਮਨਦੀਪ ਦੀ ਅਰਦਾਸ ਕਰ ਲਈ ਬਸ। ਹਾਂਜੀ ਹਾਂ ਸੁਣ ਗਿਆ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਮੇਰ ਕਰੋ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ਼ ਕਰੋ। ਕਿਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁਖ ਸ਼ਾਂਤੀ ਬਖਸ਼ਣੀ। ਦੇ ਨਿਰੋਗਤਾ ਬਖਸ਼ਣੀ। ਮੇਰੇ ਮਾਲਿਕ ਸਮੱਤ ਬਖਸ਼ਣੀ। ਮੇਰੇ ਪਿਤਾ ਦੋ ਅਰਦਾਸਾਂ ਆਈਆਂ ਨੇ। ਇੱਕ ਤੇ ਇਹ ਸਾਧਕ ਨੇ ਆਪਣੇ ਬੱਚੇ ਦੀ ਅਰਦਾਸ ਕਰਾ ਰਹੇ ਨੇ ਦੇ ਨਿਰੋਗਤਾ ਦੇ ਲਈ। ਮੇਰੇ ਪਿਤਾ ਉਹਨਾਂ ਦੇ ਸਰੀਰ 'ਚ ਜੋ ਵੀ ਕਸ਼ਟ ਹੈ, ਜੋ ਮਾਨਸਿਕ ਬਿਮਾਰੀ ਆ, ਉਸ ਤੋਂ ਮੁਕਤ ਕਰੋ। ਉਸ ਬੱਚੇ ਨੂੰ ਚੰਗੀ ਤੰਦਰੁਸਤੀ ਬਖਸ਼ੋ ਮੇਰੇ ਮਾਲਿਕ। ਇੱਕ ਮੇਰੇ ਪਿਤਾ ਇੱਕ ਹੋਰ ਸਾਧਕ ਨੇ, ਉਹ ਆਪਣੇ ਪੁੱਤਰੀ ਦੀ ਅਰਦਾਸ ਕਰਾਉਂਦੇ ਨੇ। ਕਹਿੰਦੇ ਕਿ ਉਹਨਾਂ ਦੀ ਸਿਹਤ ਠੀਕ ਰਵੇ, ਤੰਦਰੁਸਤੀ ਰਵੇ, ਜੋ ਵੀ ਕੋਈ ਸਰੀਰ ਦੇ ਵਿੱਚ ਕਸ਼ਟ ਹੈ ਉਹਨੂੰ ਦੂਰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਆ ਸੰਗੀਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।